सत श्री अकाल, मैं अर्शदीप संधू न्यूज़ 18 पंजाब देख रहे दर्शकों का स्वागत है। ਅੱਜ ਗੱਲ ਕਰਾਂਗੇ ਡਾਕਟਰਸ ਦੇ ਨਾਲ। ਡਾਕਟਰਸ ਡੇ ਹੈ ਜਿਸ ਮੌਕੇ ਡਾਕਟਰਸ ਦੇ ਨਾਲ ਗੱਲਬਾਤ ਕਰਾਂਗੇ। ਲੋਕਾਂ ਨੂੰ ਜੋ ਸਿਹਤ ਸੰਬੰਧੀ ਮੁਸ਼ਕਿਲਾਂ ਆਉਂਦੀਆਂ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। ਲੋਕਾਂ ਦੇ ਲਾਈਫ ਸਟਾਈਲ ਨੂੰ ਲੈ ਕੇ ਉਹਨਾਂ ਤੋਂ ਸੁਝਾਅ ਵੀ ਲਵਾਂਗੇ ਕਿ ਕਿਹੜੀਆਂ ਚੀਜ਼ਾਂ ਲੋਕਾਂ ਨੂੰ ਬਦਲਣੀਆਂ ਚਾਹੀਦੀਆਂ ਨੇ। ਜਿਸ ਤਰੀਕੇ ਦੇ ਨਾਲ ਉਹ ਕੰਮ ਕਰਦੇ ਨੇ ਜਾਂ ਆਪਣੀ ਡੇਲੀ ਲਾਈਫ ਦੇ ਵਿੱਚ ਉਹ ਜਿਸ ਤਰੀਕੇ ਦੇ ਨਾਲ ਜਿਉ ਰਹੇ ਨੇ ਉਸ ਦੇ ਵਿੱਚ ਕੀ ਤਬਦੀਲੀਆਂ ਕਰਨ ਦੀ ਲੋੜ ਹੈ ਤਾਂ ਕਿ ਸਿਹਤ ਉਹਨਾਂ ਦੀ ਚੰਗੀ ਰਹੇ। ਸਾਡੇ ਨਾਲ ਸਭ ਤੋਂ ਪਹਿਲਾਂ ਡਾਕਟਰ ਹਰਮਨਦੀਪ ਸਿੰਘ ਜੁੜੇ ਨੇ, सीनियर कंसलटेंट ऑर्थोपेडिक एसपीएस हस्पताल लुधियाना तो। डॉक्टर साहब स्वागत है जी पंजाब से। 33वां नैशनल डॉक्टर दिवस है, पहला तो तुहानू मुबारकां, डॉक्टर्स दा दिन है। पर इस मौके असीं गल करांगे मरीज़ां दी, ऑर्थो दे नाल जुड़े हर सवाल दा तुहाडे तो जवाब मंगांगे। किवें पहला तो ये समझना चाहांगे कि किहड़ियां एडवांसमेंट्स होईयां ने ऑर्थोपेडिक मैडिसिन दे विच, किस तरीके दे नाल लोकां दे लई ये फायदेमंद हो रहीआं ने, किस तरीके दे तुहानू चैलेंजेस आउंदे ने। Sat Shri Akal ji, thank you very much for your wishes and thank you very much for having me on the show. जी. And Doctors Day ਦੇ ਮੌਕੇ ਤੇ ਜੇ ਤੁਸੀਂ ਇਹ ਵਾਲਾ ਸਵਾਲ ਮੇਰੇ ਤੋਂ ਕਰ ਰਹੇ ਹੋ ਤਾਂ ਇਹ ਮੈਂ ਕਹੂੰਗਾ ਕਿ ਸਿਰਫ ਇੱਕ ਦਿਨ ਵਾਸਤੇ ਨਹੀਂ ਪਰ ਇਹ ਸਾਰੇ ਦਿਨਾਂ ਦੇ ਵਾਸਤੇ, ਸਾਲ ਦੇ 365 ਦਿਨਾਂ ਵਾਸਤੇ ਆਪਾਂ ਨੂੰ ਇਹ ਚੀਜ਼ਾਂ ਫੋਲੋ ਕਰਨੀਆਂ ਚਾਹੀਦੀਆਂ ਨੇ ਜਿਹਦੇ ਨਾਲ ਕਿ ਆਪਣੀ ਸਿਹਤ ਤੇ ਅੱਛਾ ਅਸਰ ਰਵੇ। ਤੇ ਜੋ ਰੀਸੈਂਟ ਐਡਵਾਂਸਿਸ ਨੇ ऑर्थोपेडिक्स की गल जे मैं करा तो पहला किते अज तो 100 साल पहला, 50 साल पहला जिस तरीके का ऑर्थोपेडिक्स का इलाज हुंदा सी, मैं कहां वो अज दे जमाने दे विच टावा कोई ही उस चीज नूं करदा है जी। सारी दी सारी ऑर्थोपेडिक्स हैज अंडरगॉन अ ड्रास्टिक शिफ्ट टुवर्ड्स ऑपरेटिव ऑर्थोपेडिक्स। ਉਹਦਾ ਰੀਜ਼ਨ ਇਹ ਹੈ ਕਿ ਪਹਿਲਾਂ ਪੇਸ਼ੈਂਟ ਦੀ ਜੇ ਮੰਨ ਲਓ ਲੱਤ ਟੁੱਟਦੀ ਸੀ ਜਾਂ ਕੋਈ ਫ੍ਰੈਕਚਰ ਹੁੰਦਾ ਸੀ ਤਾਂ ਉਹਦੇ ਤੇ ਉਸ ਨੂੰ ਬੈੱਡ ਦੇ ਉੱਤੇ ਪਾ ਕੇ ਖਿੱਚ ਲਗਾ ਦਿੱਤੀ ਜਾਂਦੀ ਸੀ। ਖਿੱਚ ਦੇ ਨਾਲ ਹੱਡੀ ਤਾਂ ਚਲੋ ਜੁੜ ਜਾਂਦੀ ਸੀ, ਬਟ ਹੱਡੀ ਜੁੜਨ ਤੋਂ ਬਾਅਦ ਵੀ ਜੋ ਉਹਦਾ ਫੰਕਸ਼ਨਲ ਰਿਜ਼ਲਟ ਆਣਾ ਹੁੰਦਾ ਸੀ, ਜਾਂ ਤਾਂ ਕਿਸੇ ਦੀ ਲੱਤ ਛੋਟੀ ਹੋ ਜਾਂਦੀ ਸੀ ਜਾਂ ਟੇਢੀ ਜੁੜ ਜਾਂਦੀ ਸੀ, ਲੰਬੇ ਰਹਿਣ ਸਮੇਂ ਤੱਕ ਲੇਟੇ ਰਹਿਣ ਦੇ ਨਾਲ ਪੇਸ਼ੈਂਟ ਦੇ ਬੈਡ ਸੋਰਸ ਹੋਣ ਦਾ ਖਤਰਾ ਹੁੰਦਾ ਸੀ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ 1950s ਦੇ ਵਿੱਚ ਸਾਰੇ ਵੱਡੇ ਆਰਥੋਪੈਡਿਕ ਸਰਜਨਸ ਨੇ ਆਪਣੀ ਕਾਨਫਰੰਸ ਕੀਤੀ ਤੇ ਉਹਨਾਂ ਨੇ ਕਿਹਾ ਕਿ ਆਪਾਂ ਇਹ ਸਾਰੀ ਨੂੰ ਨਾ ਜੇ ਆਪਾਂ ਆਪਰੇਟਿਵ ਆਰਥੋਪੈਡਿਕਸ ਵਾਲੀ ਸਾਈਡ ਤੇ ਜਾਈਏ, ਟੁੱਟੀ ਹੋਈ ਹੱਡੀ ਨੂੰ ਪਲੇਟ, ਸਕਰੂ ਜਾਂ ਨੇਲ ਪਾ ਕੇ ਜੇ ਆਪਾਂ ਉਹਨੂੰ ਫਿਕਸ ਕਰਨ ਦੀ ਕੋਸ਼ਿਸ਼ ਕਰੀਏ ਤੇ ਫਿਰ ਦੇਖੀਏ ਕਿ ਆਪਣੀ ਫੰਕਸ਼ਨਲ ਰਿਹੈਬਿਲਿਟੇਸ਼ਨ ਕਿੰਨੀ ਅਸਰਦਾਇਕ ਹੁੰਦੀ ਹੈ। तो this has undergone a drastic shift towards operative orthopedics. So एक ਤਾਂ ਇਹੀ ਬਹੁਤ ਵੱਡੀ ਇੱਕ ਜਨਰੇਸ਼ਨਲ ਸ਼ਿਫਟ ਆਈ ਹੈ। ਕਰੰਟ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਵੀ ਆਪਰੇਟਿਵ ਆਰਥੋਪੈਡਿਕਸ ਹੀ ਸਿਖਾਈ ਜਾਂਦੀ ਹੈ ਰਾਦਰ ਦੈਨ ਕਿ ਜਿੱਥੇ ਜ਼ਰੂਰਤ ਹੈ, ਕਿਤੇ ਜਿੱਥੇ ਲੱਗਦਾ ਵੀ ਹੈ ਤਾਂ ਉੱਥੇ ਆਪਾਂ ਅੱਜ ਦੀ ਡੇਟ ਵੀ ਪਲਾਸਟਰਸ ਲਗਾਉਂਦੇ, ਇਹੋ ਜਿਹੀ ਗੱਲ ਨਹੀਂ ਹੈ। ਬਟ ਮੈਜੋਰਿਟੀ ਆਫ ਦ ਕੇਸਿਸ ਵੀ ਮੈਨੇਜ ਐਜ਼ ਆਪਰੇਟਿਵ ਆਰਥੋਪੈਡਿਕਸ। ਜੀ ਇਹ ਵੀ ਸਮਝਣਾ ਚਾਹਾਂਗੇ ਡਾਕਟਰ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਆਪਰੇਟਿਵ ਐਡਵਾਂਸਮੈਂਟਸ ਬਹੁਤ ਸਾਰੀਆਂ ਹੋਈਆਂ ਨੇ, ਬਹੁਤ ਸਾਰੇ ਕੇਸਿਸ ਦੇ ਵਿੱਚ ਆਪਰੇਟ ਕਰਕੇ, ਜਿਵੇਂ ਤੁਸੀਂ ਦੱਸਿਆ ਕਿ ਅਲੱਗ-ਅਲੱਗ ਤਰੀਕੇ ਹੁੰਦੇ ਨੇ ਕਿ ਕਿਵੇਂ ਹੱਡੀ ਨੂੰ ਜੋੜਿਆ ਜਾ ਸਕਦਾ ਹੈ ਜਾਂ ਕੋਈ ਹੋਰ ਦਿੱਕਤ ਵੀ ਆਉਂਦੀ ਹੈ। ਸਪੋਰਟਸ ਨੂੰ ਲੈ ਕੇ ਕਾਫੀ ਇੰਜਰੀਜ਼ ਹੁੰਦੀਆਂ ਨੇ, ਉਹਨਾਂ ਦਾ ਵੀ ਇਸੇ ਤਰੀਕੇ ਨਾਲ ਟ੍ਰੀਟਮੈਂਟ ਹੁੰਦਾ। ਲੇਕਿਨ ਬਹੁਤ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਪਹਿਲਾ ਅਸੀਂ ਕਹਿ ਸਕਦੇ ਹਾਂ ਕਿ ਕੰਸਰਨ ਇਹ ਹੁੰਦਾ ਕਿ ਆਪਰੇਸ਼ਨ ਨਾ ਕਰਾਉਣਾ ਪਵੇ। ਕੀ ਫਿਜ਼ੀਕਲ ਥੈਰੇਪੀ, ਰੀਹੈਬਿਲਿਟੇਸ਼ਨ ਦੇ ਨਾਲ ਕਿੰਨਾ ਫਾਇਦਾ ਹੋ ਜਾਂਦਾ ਹੈ? ਤੁਸੀਂ ਸਪੋਰਟਸ ਇੰਜਰੀਜ਼ ਦੀ ਗੱਲ ਕਰ ਰਹੇ ਹੋ ਤੇ ਜੇ ਤਾਂ ਦੇਖੋ ਉਹਦੇ ਵਿੱਚ ਲਿਗਾਮੈਂਟ ਨੂੰ ਸੱਟ ਲੱਗੀ ਹੈ, ਫ੍ਰੈਕਚਰ ਨੂੰ ਆਪਾਂ ਇੱਕ ਪਾਸੇ ਰੱਖ ਦਈਏ, ਬਟ ਸਪੋਰਟਸ ਇੰਜਰੀਜ਼ ਦੇ ਵਿੱਚ ਮੇਜਰਲੀ ਜਿਹੜੀਆਂ ਫ੍ਰੈਕਚਰ ਤੋਂ ਇਲਾਵਾ ਇੰਜਰੀਜ਼ ਅਸੀਂ ਦੇਖਦੇ ਹਾਂ ਉਹ ਆਉਂਦੀਆਂ ਹੈਗੀਆਂ ਜਿਹੜੀਆਂ ਆਪਣੇ ਜੋੜ ਨੂੰ ਫੜਨ ਵਾਲੇ ਲਿਗਾਮੈਂਟਸ ਹੁੰਦੇ ਆ। ਸੋ ਦੇਖੋ ਜੇ ਤਾਂ ਲਿਗਾਮੈਂਟ ਫਟ ਗਿਆ ਜਾਂ ਲਿਗਾਮੈਂਟ ਟੁੱਟ ਗਿਆ, ਆਪਣੀ ਇਨਸਰਸ਼ਨ ਤੋਂ ਲਿਗਾਮੈਂਟ ਪੱਟਿਆ ਗਿਆ ਜਾਂ ਉਸ ਵਿੱਚ ਟੀਅਰ ਆ ਗਿਆ ਤਾਂ ਉਹ ਵਾਲੇ ਟੀਅਰਸ ਦੀ ਵੀ ਬੈਸਟ ਪੋਸੀਬਲ ਅੱਜ ਦੀ ਡੇਟ ਦੇ ਵਿੱਚ ਆਪਰੇਟਿਵ ਮੈਨੇਜਮੈਂਟ ਹੀ ਹੈ। ਫਿਜ਼ੀਕਲ ਥੈਰੇਪੀ ਉਸ ਚੀਜ਼ ਨੂੰ ਠੀਕ ਤਾਂ ਨਹੀਂ ਕਰ ਪਾਏਗੀ, ਬਟ ਹਾਂ ਜੋ ਪੇਸ਼ੈਂਟ ਦਾ ਡਿਸਕੰਫਰਟ ਹੈ, ਸਵੈਲਿੰਗ ਆ ਜਾਂਦੀ ਹੈ ਸੱਟ ਲੱਗਣ ਤੋਂ ਬਾਅਦ, ਪੇਨ ਹੁੰਦੀ ਹੈ, ਉਹ ਸਾਰੀਆਂ ਚੀਜ਼ਾਂ ਫਿਜ਼ੀਕਲ ਥੈਰੇਪੀ ਦੇ ਨਾਲ ਘਟ ਜਾਂਦੀਆਂ ਨੇ। ਤੇ ਆਬਵੀਅਸਲੀ ਜਦੋਂ ਸਾਨੂੰ ਵੀ ਇੱਕ ਇਹੋ ਜਿਹੇ ਏਰੀਆ ਦੇ ਵਿੱਚ ਆਪਰੇਟ ਕਰਨ ਦੀ ਲੋੜ ਪੈਂਦੀ ਹੈ ਤੇ ਜਿੱਥੇ ਸਵੈਲਿੰਗ ਨਾ ਹੋਵੇ, ਜਿੱਥੇ ਕੋਈ ਪੇਸ਼ੈਂਟ ਦੀ ਇੰਨੀ ਜ਼ਿਆਦਾ ਫਲੇਅਰ ਅਪ ਸਿੰਪਟਮਸ ਦਾ ਨਾ ਹੋਇਆ ਹੋਵੇ ਤਾਂ ਉਸ ਸਰਜਰੀ ਦਾ ਰਿਜ਼ਲਟ ਬਹੁਤ ਅੱਛਾ ਆਉਂਦਾ ਹੈ। ਜੀ ਜਿਵੇਂ ਵੱਖ-ਵੱਖ ਅਸੀਂ ਟਰਮਸ ਯੂਜ਼ ਕਰਦੇ ਹਾਂ, ਜਿਹੜੀ ਟੈਨਿਸ ਐਲਬੋ ਹੈ ਜਾਂ ਫਿਰ ਪੈਲੈਂਟਰ ਫੈਸਾਈਟਿਸ ਹੈ, ਉਹਨਾਂ ਦੇ ਮਾਮਲੇ ਦੇ ਵਿੱਚ ਵੀ ਕੀ ਆਪਰੇਟਿਵ ਮੈਜਰਸ ਜ਼ਿਆਦਾ ਠੀਕ ਰਹਿੰਦੇ ਨੇ ਜਾਂ ਤੁਹਾਨੂੰ ਲੱਗਦਾ ਫਿਜ਼ੀਕਲ ਥੈਰੇਪੀ ਫਰਕ ਪਾਉਂਦੀ ਹੈ? ਹਾਂਜੀ, ਸੋ ਟੈਨਿਸ ਐਲਬੋ ਵਰਗੀਆਂ ਜਿਹੜੀਆਂ ਓਵਰ ਯੂਜ਼ ਇੰਜਰੀਜ਼ ਕਹਿੰਦੇ ਅਸੀਂ
ਜੀ ਓਵਰਯੂਜ਼ ਇੰਜਰੀਜ਼ ਦੇ ਵਿੱਚ ਆਪਾਂ ਫਿਜ਼ੀਕਲ ਥੈਰੇਪੀ ਦਾ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ। ਉਹਦੇ ਵਿੱਚ ਸਰਜਰੀ ਲਾਸਟ ਰਿਜ਼ੋਰਟ ਹੁੰਦੀ ਹੈ। ਇਫ ਵੀ ਸਟਾਰਟ ਆਫ ਅਰਲੀ ਵਿਦ ਟੈਨਿਸ ਐਲਬੋ ਤਾਂ ਹਫਤਾ 10 ਦਿਨਾਂ ਦੇ ਵਿੱਚ ਹੀ ਫਰਕ ਪੈਦਾ ਹੈ। ਜੇ ਆਪਾਂ ਟੈਨਿਸ ਐਲਬੋ ਥੋੜਾ ਲੰਬਾ ਖਿੱਚ ਲਈਏ ਜਾਂ ਓਵਰਯੂਜ਼ ਟੈਕਨਾਈਟਿਸ ਜਿਹੜੀ ਹੁੰਦੀ ਹੈ ਉਹਦੇ ਨਾਲ ਉਹ ਬਹੁਤ ਜ਼ਿਆਦਾ ਲੰਬਾ ਵੀ ਖਿੱਚ ਜਾਂਦੀ ਹੈ। ਪਰ ਇਹਨਾਂ ਕੁਝ ਸਿਨੈਰੀਓਜ਼ ਦੇ ਵਿੱਚ ਪ੍ਰਾਇਮਰੀਲੀ ਫਿਜ਼ੀਓਥੈਰੇਪੀ ਦਾ ਬਹੁਤ ਜ਼ਿਆਦਾ ਅੰਡਰ ਫੈਸ਼ਾਈਟਿਸ ਚੀਜ਼ ਆਉਂਦੀ ਹੈ। ਟੈਨਿਸ ਐਲਬੋ ਹੋ ਐਦਾਂ ਹੀ ਗੋਲਫ ਜੇ ਟੈਨਿਸ ਐਲਬੋ ਬਾਹਰ ਵਾਲੀ ਸਾਈਡ ਤੇ ਹੁੰਦੀ ਹੈ ਐਲਬੋ ਦੇ ਤਾਂ ਗੋਲਫਰਸ ਐਲਬੋ ਅੰਦਰ ਵਾਲੀ ਸਾਈਡ ਤੇ ਹੈ ਜੀ। ਕਿੰਨੀਆਂ ਹੀ ਲੇਡੀਜ਼ ਦੇ ਡੋਮੀਨੈਂਟ ਹੈਂਡ ਦੇ ਵਿੱਚ ਈਵਨ ਇੱਥੇ ਰਿਸਟ ਦੇ ਕੋਲ ਵੀ ਬਹੁਤ ਜ਼ਿਆਦਾ ਟੈਂਡਨਾਈਟਿਸ ਦੀ ਪ੍ਰੋਬਲਮ ਰਹਿੰਦੀ ਹੈ। ਸੋ ਇਹ ਸਾਰੀਆਂ ਦੇ ਸਿਚੁਏਸ਼ਨਸ ਦੇ ਵਿੱਚ ਆਪਾਂ ਨੂੰ ਫਿਜ਼ੀਕਲ ਥੈਰੇਪੀ ਆਪਣੀ ਮੇਨ ਸਟੇ ਆਫ ਟ੍ਰੀਟਮੈਂਟ ਬਣਦੀ ਹੈ। ਇਹਨਾਂ ਵਿੱਚ ਸਰਜਰੀ ਆਪਾਂ ਨੂੰ ਐਜ਼ ਅ ਲਾਸਟ ਰਿਜ਼ੋਰਟ ਕਰਨੀ ਹੈ। ਅੱਛਾ ਡਾਕਟਰ ਸਾਹਿਬ, ਅਸੀਂ ਬਹੁਤ ਡਿਸਕਸ ਕਰਦੇ ਹਾਂ ਇਸ ਤੇ, ਆਮ ਤੌਰ ਤੇ ਵੀ ਘਰਾਂ 'ਚ ਵੀ ਡਿਸਕਸ ਹੁੰਦਾ ਹੈ, ਆਫਿਸਿਸ 'ਚ ਵੀ ਡਿਸਕਸ ਹੁੰਦਾ ਹੈ, ਡਾਕਟਰਸ ਦੇ ਨਾਲ ਵੀ ਡਿਸਕਸ ਹੁੰਦਾ ਹੈ ਲਾਈਫ ਸਟਾਈਲ ਜੋ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਚੇਂਜ ਹੋ ਗਿਆ ਹੈ। ਬਹੁਤ ਸਾਰੀਆਂ ਜੌਬਸ ਐਸੀਆਂ ਨੇ ਜਿਸ ਤੇ ਬੈਠੇ ਰਹਿਣਾ ਪੈਂਦਾ ਹੈ ਜਾਂ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਜਾਂ ਕਈ ਘੰਟੇ ਬੈਠਣਾ ਪੈਂਦਾ ਹੈ। ਤੇ ਮੈਂ ਰੀਸੈਂਟਲੀ ਇੱਕ ਹੋਰ ਰਿਸਰਚ ਵੀ ਦੇਖ ਰਹੀ ਸੀ ਕਿ ਇਸ ਚੀਜ਼ ਨੂੰ ਵੀ ਰਿਸਰਚ ਕੀਤਾ ਜਾ ਰਿਹਾ ਹੈ ਕਿ ਅੱਜ ਤੋਂ ਕਹਿ ਲਈਏ ਕਿ 20-30 ਸਾਲਾਂ ਬਾਅਦ ਜਾਂ 40 ਸਾਲਾਂ ਬਾਅਦ ਲੋਕ ਕਿਹੋ ਜਿਹੇ ਦਿਖਣਗੇ, ਉਹਨਾਂ ਦੇ ਵਰਕ এনवायरमेंट ਦੇ ਹਿਸਾਬ ਨਾਲ ਉਹ ਕਿਵੇਂ ਬੈਠਦੇ ਨੇ, ਉਹ ਜ਼ਿਆਦਾ ਕੰਮ ਕੀ ਬੈਠ ਕੇ ਕਰਦੇ ਨੇ ਜਾਂ ਕਿਸ ਤਰੀਕੇ ਦਾ ਕੰਮ ਕਰਦੇ ਨੇ, ਤਾਂ ਉਹ ਬਹੁਤ ਹੀ ਡਰਾਵਣਾ ਵੀ ਹੈ। ਤਾਂ ਲਾਈਫ ਸਟਾਈਲ ਨੂੰ ਲੈ ਕੇ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਹੈ ਚੇਂਜ ਕਰਨ ਦੀ ਜ਼ਰੂਰਤ ਹੈ ਤੇ ਕਿਹੜੀਆਂ ਚੀਜ਼ਾਂ ਸੌਖੀਆਂ ਚੇਂਜ ਕੀਤੀਆਂ ਜਾ ਸਕਦੀਆਂ ਨੇ? ਫੋਰ ਐਗਜ਼ਾਮਪਲ ਇੱਕ ਸ਼ਖਸ ਐਸਾ ਹੈ ਜਾਂ ਕੋਈ ਫੀਮੇਲ ਐਸੀ ਹੈ ਜੋ ਆਫਿਸ ਦੇ ਵਿੱਚ 8-9 ਘੰਟੇ ਕੰਮ ਕਰਦੀ ਹੈ ਤੇ ਉਸਨੇ ਘਰ ਦਾ ਵੀ ਕੰਮ ਕਰਨਾ ਹੈ, ਹੋਰ ਵੀ ਉਸ ਤੇ ਰਿਸਪੌਂਸਿਬਿਲਿਟੀਜ਼ ਨੇ ਤੇ ਉਹਨਾਂ ਦਾ ਇਹ ਐਕਸਕਿਊਜ਼ ਕਹਿ ਲਓ ਹੋ ਜਾਂਦਾ ਹੈ ਕਿ ਟਾਈਮ ਬਹੁਤ ਘੱਟ ਹੈ ਸਾਡੇ ਕੋਲ। ਤਾਂ ਕਿਹੜੀਆਂ ਚੀਜ਼ਾਂ ਉਸ ਟਾਈਮ ਦੇ ਵਿੱਚ ਮੈਨੇਜ ਕੀਤੀਆਂ ਜਾ ਸਕਦੀਆਂ ਨੇ, ਕਿਵੇਂ ਚੀਜ਼ਾਂ ਬਦਲ ਸਕਦੀਆਂ ਨੇ? very pertinent question in current times ਜੀ। 9 to 5 ਦੇ ਜੌਬ ਪੀਰੀਅਡ ਜਾਂ ਕਿਸੇ ਦਾ ਇਸ ਤੋਂ ਜ਼ਿਆਦਾ ਵੀ ਹੋ ਜਾਂਦਾ, ਬੈਠੇ ਰਹਿਣ ਦੇ ਨਾਲ ਬਹੁਤ ਜ਼ਿਆਦਾ ਦਿੱਕਤਾਂ ਨੇ ਜੀ ਤੇ ਉਹਦੇ ਨਾਲ weight ਵੱਧ ਰਿਹਾ ਹੈ ਲੋਕਾਂ ਦਾ। ਸੋ ਜੇ weight ਵਧੇਗਾ ਤਾਂ ਆਬਵੀਅਸਲੀ ਸਕੈਲੇਟਲ ਸਿਸਟਮ ਨੇ weight ਚੱਕਣਾ ਤਾਂ ਸਾਨੂੰ ਜੁਆਇੰਟ ਦੀਆਂ ਪ੍ਰੋਬਲਮਸ ਬਹੁਤ ਜ਼ਿਆਦਾ ਦੇਖਣੀਆਂ ਪੈਂਦੀਆਂ, ਬੈਕ ਦੀਆਂ ਪ੍ਰੋਬਲਮਸ ਉਸੇ ਚੱਕਰ 'ਚ ਬਹੁਤ ਜ਼ਿਆਦਾ ਦੇਖਣੀਆਂ ਪੈਂਦੀਆਂ। ਸੋ ਕੀ ਕਰ ਸਕਦੇ ਇਹਦੇ ਵਾਸਤੇ? ਇਹਦੇ ਵਿੱਚ ਇੰਨਾ ਜ਼ਰੂਰ ਹੈ ਕਿ ਇਸ ਚੀਜ਼ ਦੇ ਵਿੱਚ ਰਿਸਰਚ ਬਹੁਤ ਜ਼ਿਆਦਾ ਚੱਲ ਰਹੀ ਹੈ। ਮੈਂ ਇੱਕ ਛੋਟੀ ਜਿਹੀ ਰਿਸਰਚ ਤੁਹਾਡੇ ਨਾਲ ਸ਼ੇਅਰ ਕਰੂੰਗਾ ਜੀ ਕਿ ਜੇ ਤਾਂ ਬੰਦੇ ਕੋਲ ਟਾਈਮ ਹੈ ਉਹ ਆਪਣੇ ਇੱਕ ਤਾਂ ਹੋ ਗਿਆ ਵਰਕਆਊਟ ਕਰਨਾ ਜਾਂ ਜਿਮ ਜਾਣਾ ਜਾਂ ਸਾਈਕਲਿੰਗ ਜਾਣਾ ਜਾਂ ਸਵਿਮਿੰਗ ਜਾਣਾ, ਉਹਦੇ ਵਾਸਤੇ ਤਾਂ ਆਪਾਂ ਨੂੰ ਸਪੈਸ਼ਲ ਥਾਂ ਤੇ ਜਾਣਾ ਪਏਗਾ। ਇੱਕ ਨਵੀਂ ਰਿਸਰਚ ਆਈ ਹੈ ਲੇਟੈਸਟ, ਉਹਨੂੰ ਬੋਲਦੇ SPU, ਸੋਲੀਅਸ ਪੁਸ਼ਅਪ। ਸੋਲੀਅਸ ਪੁਸ਼ਅਪ ਦੇ ਵਿੱਚ ਕੀ ਹੈ ਕਿ ਜੇ ਤੁਸੀਂ ਬੈਠੇ ਹੋ ਤੇ ਤੁਸੀਂ ਆਪਣੇ ਜਿਹਨੂੰ ਆਪਾਂ ਫੁੱਟ ਦੇ 4 ਫੁੱਟ ਵਾਲੇ ਏਰੀਆ ਜਿਹਨੂੰ ਆਪਾਂ ਪੱਬ ਵੀ ਕਹਿੰਦੇ ਆ ਤੇ ਹੀਲ ਨੂੰ ਆਪਾਂ ਚੱਕ ਕੇ ਆਲਟਰਨੇਟ ਕਰੀਏ ਤਾਂ ਇਹਦੇ ਨਾਲ ਵੀ ਬਹੁਤ ਜ਼ਿਆਦਾ ਕੈਲੋਰੀਜ਼ ਜਿਹੜੀਆਂ ਨੇ, ਜਿਹੜਾ ਮਸਲ ਗਰੁੱਪ ਇਸ 'ਚ ਯੂਜ਼ ਹੋ ਰਿਹਾ ਉਹ ਬਹੁਤ ਜ਼ਿਆਦਾ ਕੈਲੋਰੀਜ਼ ਬਰਨ ਕਰਦਾ ਹੈ। ਤਾਂ ਬੈਠੇ ਵੀ ਇੱਕ ਤਰੀਕੇ ਨਾਲ ਪੇਸ਼ੈਂਟ ਜਿਹੜਾ ਹੈ ਆਪਣੀ ਵਰਕਆਊਟ ਕਰ ਸਕਦਾ ਹੈ। ਸੋ ਇਸ ਚੀਜ਼ ਨੂੰ ਸੋਲੀਅਸ ਪੁਸ਼ਅਪ ਕਹਿੰਦੇ ਨੇ। ਸੋ ਬੈਠੇ ਇੱਕ ਇਹ ਹੈ। ਸੈਕੰਡਲੀ ਆਪਾਂ ਨੂੰ ਐਵਰੀ ਨਾਓ ਐਂਡ ਦੈਨ ਜੇ ਬੈਠੇ ਸੈਡੈਂਟਰੀ ਲਾਈਫਸਟਾਈਲ ਆ, ਆਫਿਸ ਦੇ ਵਿੱਚ ਵੀ ਬੈਠਣਾ ਪੈਂਦਾ ਤਾਂ ਵੀ ਸ਼ੁਡ ਮੇਕ ਇਟ ਅ ਪੁਆਇੰਟ ਕਿ ਆਪਾਂ ਨੂੰ ਐਵਰੀ 5 or 7 ਔਰ ਵਿਦਿਨ 10 ਮਿੰਟਸ ਦੇ ਦੌਰਾਨ ਆਪਾਂ ਇੱਕ ਚੱਕਰ ਲਗਾਇਆ ਜਾਂ ਆਪਣੀ ਬੈਕ ਸਟ੍ਰੇਟ ਕਰ ਲਈਏ, ਸਟ੍ਰੈਚਿੰਗ ਕਰੀਏ। ਇਹ ਜ਼ਰੂਰੀ ਚੀਜ਼ਾਂ ਨੇ ਜੀ। ਬਿਲਕੁਲ ਇਸੇ ਦੇ ਨਾਲ ਹੀ ਜੁੜਿਆ ਇੱਕ ਇੰਪੋਰਟੈਂਟ ਸਵਾਲ ਇਹ ਵੀ ਹੋ ਜਾਂਦਾ, ਜਿਵੇਂ ਤੁਸੀਂ ਕਿਹਾ ਕਿ ਅਸੀਂ ਬੈਕ ਸਿੱਧੀ ਕਰ ਲਈ ਯਾਰ 5-7 ਮਿੰਟ ਦੇ ਬਾਅਦ, ਪੋਸਚਰ ਨੂੰ ਇੰਪਰੂਵ ਕਰਨ ਦੇ ਲਈ ਕਿਹੜੀਆਂ ਚੀਜ਼ਾਂ ਹੋ ਸਕਦੀਆਂ ਨੇ, ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜੋ ਬੈਠ ਕੇ ਜ਼ਿਆਦਾ ਕੰਮ ਕਰਦੇ ਨੇ? ਸਭ ਤੋਂ ਪਹਿਲੀ ਚੀਜ਼ ਤਾਂ ਇਹੀ ਹੈ ਕਿ ਜੋ ਆਪਣੀ ਕੋਰ ਮਸਲਸ ਨੇ ਇਹ ਵਾਲੇ ਏਰੀਆ ਦੇ ਕੋਰ ਸਟਰੈਂਥਨਿੰਗ ਵਾਸਤੇ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ। ਬੈਠੇ ਵੀ ਕੀਤੀ ਜਾ ਸਕਦੀ ਹੈ। ਇਹਦੇ ਵਾਸਤੇ ਤੁਹਾਨੂੰ ਕੋਈ ਬਹੁਤ ਜ਼ਿਆਦਾ ਕੋਈ ਸਪੈਸ਼ਲ ਇਕਵਿਪਮੈਂਟ ਨਹੀਂ ਚਾਹੀਦੀ। ਥੋੜਾ ਆਪਣਾ ਬਿਕੋਜ਼ ਇਸ ਏਰੀਆ ਨੇ ਹੀ ਆਪਾਂ ਨੂੰ ਜਿਹੜਾ ਹੈ ਆਪਣੀ ਬੈਕ ਨੂੰ ਸਟਰੈਂਥ ਦੇਣੀ ਹੈ। ਦੈਟ ਇਜ਼ ਵਨ। ਸੈਕੰਡਲੀ ਤੁਹਾਡੀ ਜਿਹੜੀ ਬੈਕ ਹੈ ਚੇਅਰ ਦੀ, ਉਹਦੇ ਲੋਅਰ ਏਰੀਆ ਦੇ ਵਿੱਚ ਲੰਬਰ ਸਪੋਰਟ ਹੋਵੇ, ਉਹਦੇ ਨਾਲ ਪ੍ਰੋਲੋਂਗ ਸਿਟਿੰਗ ਜਿਹੜੀ ਹੈ ਕੰਫਰਟੇਬਲ ਹੋ ਜਾਏਗੀ। ਤੇ ਆਪਾਂ ਨੂੰ ਜੇ ਕੰਟੀਨਿਊਸਲੀ ਮੰਨ ਲਓ 8-10 ਘੰਟੇ ਤੱਕ ਕਰਾਊਚਿੰਗ ਪੋਜੀਸ਼ਨ 'ਚ ਹੀ ਬੈਠੇ ਰਵਾਂਗੇ ਤਾਂ ਉਸ ਤਰੀਕੇ ਤਾਂ ਫਿਰ ਡੈਫੀਨੇਟਲੀ ਬੈਕ ਪ੍ਰੋਬਲਮ ਜਿਹੜੀਆਂ ਨੇ ਉਹ ਵਧ ਹੀ ਜਾਂਦੀਆਂ ਨੇ। ਜੀ ਬਿਲਕੁਲ, ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਤੁਹਾਨੂੰ ਲੱਗਦਾ ਹੈ ਜੋ ਅਸੀਂ ਪਹਿਲਾਂ ਵੀ ਡਿਸਕਸ ਕਰ ਰਹੇ ਹਾਂ ਕਿ ਜਿਹੜੀ ਮਾਡਰਨ ਲਾਈਫ ਹੈ ਜਾਂ ਅੱਜ ਦੇ ਸਮੇਂ 'ਚ ਅਸੀਂ ਜਿਵੇਂ ਜਿਉਂ ਰਹੇ ਹਾਂ ਉਹ ਕਾਫੀ ਹੈਜ਼ਰਡ ਬਣ ਗਈ ਹੈ, ਕਾਫੀ ਖਤਰਨਾਕ ਬਣਦੀ ਜਾ ਰਹੀ ਹੈ ਸਾਡੀ ਸਿਹਤ ਦੇ ਲਈ। ਹਾਲਾਂਕਿ ਡਾਕਟਰਸ ਦੇ ਲਈ ਜਿੰਨੇ ਮਰੀਜ਼ ਆਉਣ ਉਹਨਾਂ ਚੰਗਾ ਵੀ ਹੁੰਦਾ ਹੈ ਉਹਨਾਂ ਦੇ ਲਈ ਤਾਂ,
ਪਰ ਕੀ ਇੰਪਰੂਵ ਕੀਤਾ ਜਾ ਸਕਦਾ ਇਸ ਨੂੰ ਲੈ ਕੇ? ਦੇਖੋ, ਸਲੋਲੀ ਇਵੋਲਵਿੰਗ ਚੀਜ਼ਾਂ ਨੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ। ਗ੍ਰੈਜੂਅਲੀ ਬੈਠੇ ਰਹਿਣ ਦੇ ਨਾਲ ਹਾਈ ਕੈਲਰੀ ਡਾਈਟ, ਚੱਲ ਵੀ ਚਾਹ ਮੰਗਾ ਲਈ, ਚੱਲ ਵੀ ਸਮੋਸੇ ਮੰਗਾ ਲਏ, ਬੈਠੇ ਬੈਠੇ 2-3 ਸਮੋਸੇ ਝਟਕਾਤੇ, 4 ਕੱਪ ਚਾਹ ਦੇ ਪੀ ਲਏ ਸਵੇਰ ਤੋਂ ਲੈ ਕੇ ਸ਼ਾਮ ਤੱਕ, ਬਰਨ ਕੁਝ ਕੀਤਾ ਨਹੀਂ। ਉਹ ਸਾਰੀ ਜੋ ਹਾਈ ਕੈਲਰੀ ਆਪਣੀ ਈਟਿੰਗ ਹੈ, ਸਭ ਤੋਂ ਪਹਿਲਾਂ ਤਾਂ ਮੈਂ ਇਸ ਚੀਜ਼ ਤੇ ਸਟ੍ਰੈਸ ਕਰਨਾ ਚਾਹੂੰਗਾ ਕਿ ਆਪਣੇ ਡਾਈਟ ਦੇ ਵਿੱਚ ਸਭ ਤੋਂ ਜ਼ਿਆਦਾ ਹਾਈ ਕੈਲਰੀਜ਼, ਫ੍ਰੀ ਰਿਫਾਈਨਡ ਸ਼ੂਗਰਸ ਜਿਹੜੀਆਂ ਨੇ ਉਹ ਆਪਾਂ ਨੂੰ ਘਟਾਉਣੀਆਂ ਚਾਹੀਦੀਆਂ, ਕਿਉਂਕਿ ਉਹ ਆਪਣੇ ਵਿੱਚ ਜਾ ਕੇ ਜਾਂਦੇ ਹੀ ਆਪਣੇ ਸਟੋਰ ਹੋ ਜਾਂਦੀਆਂ, ਇਸ ਏਰੀਆ 'ਚ ਸਟੋਰ ਹੋ ਜਾਂਦੀਆਂ, ਪੇਟ ਵਾਲੇ ਏਰੀਆ ਦੇ ਵਿੱਚ ਤੇ ਬੈਕ ਵਾਲੇ ਏਰੀਆ ਦੇ ਵਿੱਚ ਸਪੋਰਟ ਹੋ ਜਾਂਦੇ, ਸਟੋਰ ਹੋ ਜਾਂਦੇ ਸੌਰੀ। ਤੇ ਉਹਦੇ ਨਾਲ ਕੀ ਹੈ ਕਿ ਆਪਾਂ ਨੂੰ ਆਪਣੇ weight ਤੇ ਸਿੱਧਾ ਡਾਇਰੈਕਟ ਇਫੈਕਟ ਪੈਂਦਾ। ਸੋ ਇੱਕ ਤਾਂ ਆਪਾਂ ਨੂੰ ਕੈਲਰੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ। ਸੈਕੰਡ ਹੈ ਪੋਸਚਰ, ਫੀਚਰ ਕੰਫਰਟਸ ਦੇ ਵਿੱਚ ਦੇਖਦੇ ਆਪਾਂ ਕਿ ਘਰੇ ਮੰਨ ਲਓ ਆਪਾਂ ਰਿਕਲਾਈਨਰ ਤੇ ਬੈਠ ਕੇ ਜਦੋਂ ਆਪਾਂ ਟੀਵੀ ਦੇਖਦੇ ਆ ਤਾਂ ਬੈਠੀ ਹੈ ਤਾਂ ਰਿਮੋਟ ਚੱਲ ਰਿਹਾ, ਪਹਿਲਾਂ ਮੈਨੂੰ ਯਾਦ ਹੈ ਉੱਥੇ ਜਾ ਕੇ ਚੇਂਜ ਕਰਨਾ ਪੈਂਦਾ ਹੁੰਦਾ ਸੀ ਚੈਨਲ। ਤੇ ਇਹ ਸਾਰੀਆਂ ਚੀਜ਼ਾਂ ਕ੍ਰੀਚਰ ਕੰਫਰਟਸ ਨੇ ਆਪਾਂ ਨੂੰ ਇੱਕ ਤਰੀਕੇ ਨਾਲ ਨਾ ਵੀ ਆਰ ਕਾਈਂਡ ਆਫ ਬਾਉਂਡ ਵਿਦਿਨ ਦੀ ਕਾਊਚ, ਵੀ ਹੈਵ ਬਿਕਮ ਕਾਊਚ ਪੋਟੇਟੋਜ਼। ਸੋ ਉਹ ਇੱਕ ਮਾਨਸਿਕਤਾ ਵੀ ਬਣ ਚੁੱਕੀ ਹੈ, ਬਿਕੋਜ਼ ਓਵਰ ਐਂਡ ਓਵਰ ਜਿਹੜੀ ਚੀਜ਼ ਰਿਪੀਟ ਹੁੰਦੀ ਜਾਵੇ ਸੋ ਉਹ ਚੀਜ਼ ਇੱਕ ਹੌਲੀ ਹੌਲੀ ਨਾ ਆਪਣੇ ਹੈਬਿਟਸ ਦੇ ਵਿੱਚ ਵੀ ਆ ਜਾਂਦੀ ਹੈ। ਇਹ ਇੱਕ ਬਹੁਤ ਬੁਰੀ ਚੀਜ਼ ਹੈ, ਚੇਂਜ ਕਰਨਾ ਚਾਹੀਦਾ ਹੈ, ਬਿਕੋਜ਼ ਜੇ ਆਪਾਂ ਚੇਂਜ ਨਹੀਂ ਕਰਦੇ ਤਾਂ what we are looking at in the future is an obesity and a diabetes pandemic I would say, because all this thing is going to lead towards diabetes and pre-diabetes and your obesity. जी जी, आप ही क्रिएट कर लिया। ਤਾਂ ਬਹੁਤ ਸਾਰੀਆਂ ਚੀਜ਼ਾਂ ਬਦਲਣ ਦੀ ਜ਼ਰੂਰਤ ਹੈ, ਖਾਸ ਕਰਕੇ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਬਹੁਤ ਜ਼ਰੂਰਤ ਹੈ। ਡਾਕਟਰ ਸਾਹਿਬ ਨੇ ਬਹੁਤ ਸਾਰੇ ਸੁਜੈਸ਼ਨਸ ਦਿੱਤੇ। ਡਾਕਟਰ ਹਰਮਨਦੀਪ ਸਿੰਘ ਸਾਡੇ ਨਾਲ ਜੁੜੇ ਸੀ, ਐਸਪੀਐਸ ਹਸਪਤਾਲ ਲੁਧਿਆਣਾ ਦੇ ਸੀਨੀਅਰ ਕੰਸਲਟੈਂਟ ਨੇ। ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਤਾਂ ਬਹੁਤ ਸਾਰੇ ਸੁਝਾਅ ਡਾਕਟਰ ਸਾਹਿਬ ਦੇ ਵੱਲੋਂ ਦਿੱਤੇ ਗਏ ਨੇ, ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਅੱਜ ਦੇ ਸਮੇਂ ਦੇ ਵਿੱਚ। ਤੇ ਸਾਡੇ ਨਾਲ ਇਸ ਵੇਲੇ ਡਾਕਟਰ ਚਰਨਜੀਤ ਸਿੰਘ ਪ੍ਰੂਥੀ ਜੁੜ ਰਹੇ ਨੇ, ਚੇਅਰਮੈਨ ਨੇ ਕੈਪੀਟਲ ਹਸਪਤਾਲ ਜਲੰਧਰ ਦੇ ਤੇ ਪੰਜਾਬ ਮੈਡੀਕਲ ਕਾਉਂਸਲ ਦੇ ਪ੍ਰਧਾਨ ਨੇ। ਡਾਕਟਰ ਸਾਹਿਬ, ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ 33ਵੇਂ ਡਾਕਟਰ ਦੀਆਂ, ਤੇ ਤੁਹਾਡੇ ਲਈ ਵੀ ਬਹੁਤ ਸਾਰੇ ਸਾਡੇ ਕੋਲ ਸਵਾਲ ਨੇ, ਗੱਲਬਾਤ ਤੁਹਾਡੇ ਨਾਲ ਕਰਾਂਗੇ। ਕਾਰਡੀਓਲੋਜਿਸਟ ਨੇ ਡਾਕਟਰ ਸਾਹਿਬ ਜਿਨ੍ਹਾਂ ਦੇ ਨਾਲ ਅਸੀਂ ਇਸ ਵੇਲੇ ਗੱਲਬਾਤ ਕਰਨ ਲੱਗੇ ਹਾਂ। ਡਾਕਟਰ ਸਾਹਿਬ, ਦਿਲ ਦੀ ਸਿਹਤ ਦਾ ਖਿਆਲ ਕਿਵੇਂ ਰੱਖਿਆ ਜਾਵੇ, ਕਿਉਂਕਿ ਅੱਜ ਦੇ ਸਮੇਂ ਅਸੀਂ ਦੇਖ ਰਹੇ ਹਾਂ ਕਾਰਡੀਅਕ ਅਰੈਸਟ, ਹਾਰਟ ਅਟੈਕ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਹੈ, ਜਾਂ ਯੰਗ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਬਹੁਤ ਇਸ ਤਰੀਕੇ ਦੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ। ਇਹ ਸਮਝਣਾ ਚਾਹਾਂਗੇ ਕਾਰਡੀਅਕ ਅਰੈਸਟ ਕੀ ਹੁੰਦਾ ਹੈ, ਕਾਜ਼ਸ ਕੀ ਹੁੰਦੇ ਨੇ, ਹਾਰਟ ਅਟੈਕ ਤੋਂ ਵੱਖਰਾ ਕਿਵੇਂ ਹੈ? ਤੁਹਾਡਾ ਜਿਹੜਾ ਸਵਾਲ ਹੈ ਕਿ ਕਾਰਡਿਕ ਅਰੈਸਟ ਕੀ ਹੁੰਦਾ ਹੈ ਜੀ, ਸੋ ਅਗਰ ਮੈਂ ਇਹਦਾ ਸਟ੍ਰੇਟ ਫਾਰਵਰਡ ਜਵਾਬ ਦਿਆਂ ਤੇ ਕਾਰਡਿਕ ਅਰੈਸਟ ਉਹ ਹੁੰਦਾ ਹੈ ਜਦੋਂ ਦਿਲ ਦੀ ਧੜਕਨ ਬੰਦ ਹੋ ਜਾਂਦੀ ਹੈ, ਤੇ ਉਹਨੂੰ ਉਸ ਸਥਿਤੀ ਨੂੰ, ਉਸ ਸਿਚੁਏਸ਼ਨ ਨੂੰ ਕਾਰਡਿਕ ਅਰੈਸਟ ਕਹਿੰਦੇ ਆ ਜੀ। ਹੁਣ ਕਾਰਡਿਕ ਅਰੈਸਟ ਹੋਣ ਦੇ ਮਲਟੀਪਲ ਕਾਰਨ ਹੋ ਸਕਦੇ ਨੇ। ਕਾਰਡਿਕ ਅਰੈਸਟ ਹਾਰਟ ਅਟੈਕ ਕਰਕੇ ਵੀ ਹੋਏਗਾ ਤੇ ਕਾਰਡਿਕ ਅਰੈਸਟ ਹਾਰਟ ਅਟੈਕ ਤੋਂ ਬਗੈਰ ਵੀ ਹੋ ਸਕਦਾ ਹੈ। ਹਾਰਟ ਅਟੈਕ ਕਰਕੇ ਕਾਰਡਿਕ ਅਰੈਸਟ ਉਦੋਂ ਹੋਏਗਾ ਜਦੋਂ ਕਿਸੇ ਪੇਸ਼ੈਂਟ ਦੀਆਂ ਖੂਨ ਦੀਆਂ ਨਾੜੀਆਂ ਜਿਹੜੀਆਂ ਦਿਲ ਦੀਆਂ ਮਾਸਪੇਸ਼ੀਆਂ ਨੂੰ ਖੂਨ ਸਪਲਾਈ ਕਰ ਰਹੀਆਂ ਨੇ, ਕਿਉਂਕਿ ਦਿਲ ਦੀਆਂ ਮਾਸਪੇਸ਼ੀਆਂ ਵੀ ਮਸਲਸ ਨੇ ਜਿਹੜੇ 24 ਘੰਟੇ ਕੰਮ ਕਰਕੇ ਸਾਡੇ ਸਾਰੇ ਸਰੀਰ ਨੂੰ ਖੂਨ ਪਹੁੰਚਾਉਂਦੀਆਂ ਦੇ ਰਸਤੇ ਆਕਸੀਜਨ ਪਹੁੰਚਦੀ ਹੈ, ਜਿਹਦੇ ਕਰਕੇ ਇੱਕ ਐਕਟੀਵਿਟੀ ਹਾਰਟ ਦੀ ਲਗਾਤਾਰ ਧੜਕਣ ਦੀ ਚੱਲਦੀ ਰਹਿੰਦੀ ਹੈ। ਅਗਰ ਉਹਨਾਂ ਨਾੜੀਆਂ ਦੇ ਵਿੱਚ ਕੋਈ ਬਲੌਕੇਜ ਹੋਵੇ, ਬਲੌਕੇਜ ਕਿਸ ਚੀਜ਼ ਦਾ ਹੋਏਗਾ? ਬਲਾਕ ਜੰਮ ਜਾਏਗਾ ਕੋਲੇਸਟ੍ਰੋਲ ਦਾ। ਅਗਰ ਉਹ ਬਲੌਕੇਜ ਹੌਲੀ ਹੌਲੀ ਵੱਧਦਾ 100% ਪੂਰਾ ਹੋ ਜਾਵੇ ਤੇ ਨਾਲੀ ਦੀ ਸਪਲਾਈ ਜਿਹੜੀ ਹੈ, ਖੂਨ ਦੀ ਸਪਲਾਈ ਉਸ ਨਲੀ ਦੇ ਵਿੱਚੋਂ, ਉਸ ਕੋਰਨਰੀ ਆਰਟਰੀ ਦੇ ਵਿੱਚੋਂ ਟੋਟਲ ਰੁਕ ਜਾਵੇ, ਤੇ ਉਹ ਕੋਰਨਰੀ ਆਰਟਰੀ ਜਿੰਨੀਆਂ ਮਾਸਪੇਸ਼ੀਆਂ ਨੂੰ ਖੂਨ ਸਪਲਾਈ ਕਰ ਰਹੀ ਹੈ ਉਹਨਾਂ ਮਾਸਪੇਸ਼ੀਆਂ ਦੀ ਜਿਹੜੀ ਸਰਵਾਈਵਲ ਡਿਫਿਕਲਟ ਹੋ ਜਾਂਦਾ ਹੈ। ਤੇ ਜਿੰਨਾ ਲੰਬਾ ਸਰਵਾਈਵਲ ਡਿਫਿਕਲਟ ਹੋਏਗਾ, ਜਿੰਨੀ ਜਲਦੀ ਨਾੜੀ ਨਹੀਂ ਖੋਲੀ ਜਾਏਗੀ ਤੇ ਨਾੜੀ ਬੰਦ ਰਹੇਗੀ, ਉਹ ਮਸਲ ਡੈਥ ਹੋਣੀ ਸ਼ੁਰੂ ਹੋ ਜਾਂਦੀ। ਇਹਨੂੰ ਅਸੀਂ ਕਹਿੰਦੇ ਹਾਂ ਹਾਰਟ ਅਟੈਕ, ਜਿਹਦੇ ਵਿੱਚ ਹਾਰਟ ਦੇ ਮਸਲ ਡੈਥ ਹੋਣੀ ਸ਼ੁਰੂ ਹੋ ਜਾਂਦੀ, ਨੈਕਰੋਸਿਸ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਜਦੋਂ ਹਾਰਟ ਦੇ ਮਸਲ, ਜੇ ਸਪੋਜ਼ ਕੋਈ ਮੇਜਰ ਗਰੁੱਪ ਆਫ ਮਸਲ ਹਾਰਟ ਦਾ ਵੀਕ ਹੋ ਗਿਆ, ਹਾਰਟ ਦਾ ਜਿਹੜਾ ਪੰਪ ਹੈ ਉਹ ਫੇਲ ਹੋ ਜਾਂਦਾ, ਉਹਨੂੰ ਅਸੀਂ ਕਹਿੰਦੇ ਹਾਂ ਲੈਫਟ ਹਾਰਟ ਫੇਲਿਅਰ। ਬਲੱਡ ਪ੍ਰੈਸ਼ਰ ਘਟ ਜਾਂਦਾ, ਫੇਫੜੇ ਦੇ ਵਿੱਚ ਪਾਣੀ ਜੰਮਣਾ ਸ਼ੁਰੂ ਹੋ ਜਾਂਦਾ। ਤੇ ਇਸ ਸਿਚੁਏਸ਼ਨ ਦੇ ਵਿੱਚ ਜਦੋਂ ਐਕਿਊਟ ਹਾਰਟ ਅਟੈਕ ਦੇ ਨਾਲ ਲੈਫਟ ਹਾਰਟ ਫੇਲਿਅਰ ਹੋਏਗਾ, ਆਕਸੀਜਨ ਦੀ ਸਪਲਾਈ ਘਟੇਗੀ, ਤਾਂ ਵੈਂਟ੍ਰੀਕੂਲਰ ਟੈਕੀਕਾਰਡੀਆ, ਦਿਲ ਦੀ ਧੜਕਨ ਜਿਹੜੀ ਉਹ ਕੰਬਣੀ ਸ਼ੁਰੂ ਹੋ ਜਾਂਦੀ ਹੈ। ਤੇ ਇਹ ਕਈ ਵਾਰੀ ਫੇਟਲ ਸਿੱਧ ਹੁੰਦੀ ਹੈ ਅਗਰ ਪੇਸ਼ੈਂਟ
ਕਿਸੇ ਅੱਛੇ ਇੰਸਟੀਚਿਊਟ ਦੇ ਵਿੱਚ ਜਿੱਥੇ ਸਾਰਾ ਕੁਝ ਪ੍ਰਬੰਧ ਹੋਵੇ ਨਾ ਹੋਵੇ ਤਾਂ ਇਹ ਸਿਚੁਏਸ਼ਨ ਜਾਨਲੇਵਾ ਸਾਬਤ ਹੁੰਦੀ ਹੈ ਜੀ ਤਾਂ ਤੇ ਇਹ ਫਿਰ- ਤਾਂ ਉਹ ਚੀਜ਼ ਹੈ ਕਿ ਜਿਹੜੀ ਜੀ ਹਾਂਜੀ ਜੀ। ਤੁਸੀਂ ਕੁਝ ਪੁੱਛਣਾ ਚਾਹੁੰਦੇ ਜੀ ਸੀ ਇਹੀ ਸਮਝਣਾ ਚਾਹਾਂਗੇ, ਜਿਵੇਂ ਤੁਸੀਂ ਡੀਟੇਲ ਦੱਸੀ ਕਿ ਹੁੰਦਾ ਕੀ ਹੈ, ਲੇਕਿਨ ਉਸ ਤੋਂ ਪਹਿਲਾਂ ਕੀ ਹੁੰਦਾ ਹੈ, ਜਿਵੇਂ ਅਸੀਂ ਆਮ ਭਾਸ਼ਾ ਦੇ ਵਿੱਚ ਸਮਝਣਾ ਹੋਵੇ ਤਾਂ ਇੱਕ ਪੇਸ਼ੈਂਟ ਹੈ, ਫੋਰ ਐਗਜ਼ਾਮਪਲ ਮੈਨੂੰ ਕਾਰਡੀਅਕ ਅਰੈਸਟ ਹੋ ਰਿਹਾ, ਮੈਨੂੰ ਕਿਵੇਂ ਪਤਾ ਲੱਗੇਗਾ ਜਾਂ ਉਹਦੇ ਸਿੰਪਟਮਸ ਕੀ ਹੋਣਗੇ, ਜਾਂ ਕੋਈ ਹੋਰ ਸ਼ਖਸ ਹੈ ਮੇਰੇ ਨਾਲ, ਉਹਨਾਂ ਨੂੰ ਕਿਵੇਂ ਇਸ ਚੀਜ਼ ਦਾ ਪਤਾ ਲੱਗੇ ਕਿ ਉਹ ਜਲਦੀ ਨਾਲ ਹਸਪੀਟਲ ਲੈ ਜਾਣ? ਜੀ ਜਿਨ੍ਹਾਂ ਲੋਕਾਂ ਨੂੰ ਕਾਰਡਿਕ ਅਰੈਸਟ ਹੁੰਦਾ ਹੈ ਤਕਰੀਬਨ 70% ਪੇਸ਼ੈਂਟਸ ਨੂੰ ਪਹਿਲਾਂ ਆਪਣੇ ਹਾਰਟ ਦੀ ਡਿਜ਼ੀਜ਼ ਬਾਰੇ ਜਾਣਕਾਰੀ ਹੁੰਦੀ ਹੈ ਲੇਕਿਨ ਉਹਨਾਂ ਨੇ ਉਹਨੂੰ ਇਗਨੋਰ ਕੀਤਾ ਹੁੰਦਾ ਹੈ, ਲਾਪਰਵਾਹੀ ਕੀਤੀ ਹੁੰਦੀ ਹੈ। ਜੀ ਸਪੋਜ਼ ਕਰੋ ਪੰਜਾਬ ਦੇ ਵਿੱਚ ਜਿਹੜੇ ਪੇਸ਼ੈਂਟਸ ਨੇ ਉਹ ਇੰਨੇ ਲਾਗਰ ਜਾਂ ਲਾਪਰਵਾਹ ਨੇ, ਉਹਨਾਂ ਨੂੰ ਆਪਣੀ ਸਿਹਤ ਦੀ ਕੋਈ ਚਿੰਤਾ ਨਹੀਂ ਹੁੰਦੀ। ਅਗਰ ਉਹਨਾਂ ਨੂੰ ਚੈਸਟ ਡਿਸਕੰਫਰਟ ਹੋਏਗਾ ਜਾਂ ਸਾਹ ਚੜ੍ਹਦਾ ਹੋਏਗਾ ਤੇ ਉਹ ਇਹਨੂੰ ਇਗਨੋਰ ਕਰਦੇ ਰਹਿਣਗੇ, ਤਦ ਤੱਕ ਇਗਨੋਰ ਕਰਦੇ ਰਹਿਣਗੇ ਜਦ ਤੱਕ ਇਹ ਬਿਮਾਰੀ ਸਿਰੇ ਨਹੀਂ ਲੱਗ ਜਾਂਦੀ, ਜਦੋਂ ਤੱਕ ਅਸੀਂ ਉਹਨਾਂ ਨੂੰ ਸਵੀਅਰ ਚੈਸਟ ਪੇਨ ਜਾਂ ਹਾਰਟ ਅਟੈਕ ਨਹੀਂ ਹੁੰਦਾ। ਜਿਹੜੇ ਸਮਝਦਾਰ ਪੇਸ਼ੈਂਟ ਹੁੰਦੇ ਨੇ, ਜਿਹੜੇ ਪੜ੍ਹੇ ਲਿਖੇ ਪੇਸ਼ੈਂਟ ਨੇ, ਜਿਹੜੇ ਅੰਡਰਸਟੈਂਡ ਕਰਦੇ ਨੇ ਕਿ ਹਾਰਟ ਦੀ ਬਿਮਾਰੀ ਜਾਨਲੇਵਾ ਹੋ ਸਕਦੀ ਹੈ, ਉਹਨਾਂ ਨੂੰ ਜਦੋਂ ਛਾਤੀ 'ਚ ਮਾਮੂਲੀ ਜਿਹੀ ਘੁੱਟਣ ਵੀ ਹੁੰਦੀ ਹੈ ਨਾ, ਚਾਹੇ ਉਹ ਹਾਰਟ ਕਰਕੇ ਹੋਵੇ ਜਾਂ ਨਾ ਹੋਵੇ, ਉਹ ਡਾਕਟਰ ਦੀ ਰਾਏ ਲੈਣਾ ਪਸੰਦ ਕਰਦੇ ਨੇ। ਤੇ ਕੁਝ ਪੇਸ਼ੈਂਟ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਡਿਸਕੰਫਰਟ ਹੀ ਹੋਏਗਾ ਤੇ ਉਹ ਸਮਝੇਗੇ ਕਿ ਵੀ ਕੋਈ ਖਾਣਾ ਪੀਣਾ ਜ਼ਿਆਦਾ ਖਾ ਲਿਆ, ਦੋ ਚਾਰ ਡਕਾਰ ਆ ਗਏ, ਠੀਕ ਹੋ ਗਿਆ, ਅੰਜਾਈਨਾ ਠੀਕ ਹੋ ਗਿਆ ਤੇ ਗੱਲ ਖਤਮ ਹੋ ਗਈ। ਕਿਉਂਕਿ ਜਦੋਂ ਹਾਰਟ ਅਟੈਕ ਵਾਲੇ ਸਿੰਪਟਮ ਆਉਂਦੇ ਨੇ, ਪਹਿਲੀ ਸਟੇਜ ਹੈ ਅੰਜਾਈਨਾ। ਅੰਜਾਈਨਾ ਦੇ ਵਿੱਚ ਕੀ ਹੈ ਕਿ ਜਦੋਂ ਕੋਲੇਸਟ੍ਰੋਲ ਜੰਮਣਾ ਸ਼ੁਰੂ ਹੋਇਆ, ਨਾੜੀ ਦੇ ਵਿੱਚ ਬਲੌਕੇਜ ਸ਼ੁਰੂ ਹੋਇਆ, ਹੌਲੀ ਹੌਲੀ ਖੂਨ ਦੀ ਸਪਲਾਈ ਘਟੀ, ਉਹ ਸਿਚੁਏਸ਼ਨ ਜਦੋਂ 60% ਤੱਕ ਸਪਲਾਈ ਘਟ ਗਈ ਤਾਂ ਉਹ ਸਿਚੁਏਸ਼ਨ ਆਉਂਦੀ ਹੈ ਕਿ ਜਦੋਂ ਪੇਸ਼ੈਂਟ ਐਗਜ਼ਰਸ਼ਨ ਕਰਦਾ ਹੈ, ਤੇਜ਼ ਚੱਲਦਾ ਹੈ ਜਾਂ ਰੋਟੀ ਖਾ ਕੇ ਚੱਲਦਾ ਹੈ, ਤਾਂ ਉਹਨੂੰ ਛਾਤੀ ਦੇ ਵਿੱਚ ਭਾਰਾਪਨ ਜਾਂ ਡਿਸਕੰਫਰਟ, ਕਈ ਵਾਰੀ ਮੋਢਿਆਂ ਦੇ ਵਿੱਚ, ਡੌਲਿਆਂ ਦੇ ਵਿੱਚ, ਮੋਹਰਾਂ ਦੇ ਵਿੱਚ, ਜਾਂ ਈਵਨ ਪੇਟ ਦੇ ਉੱਪਰਲੇ ਹਿੱਸੇ ਦੇ ਵਿੱਚ, ਜਾਂ ਈਵਨ ਗਰਦਨ ਦੇ ਜਿਹੜਾ ਦਬਾਅ ਪੈਂਦਾ ਹੈ ਜਾਂ ਜਬਾੜੇ ਦੇ ਵਿੱਚ ਦਬਾਅ ਪੈਂਦਾ ਹੈ, ਇਹ ਸਾਰੇ ਸਿੰਪਟਮ ਜਿਹੜੇ ਨੇ ਇਹਨੂੰ ਅਸੀਂ ਕਹਿੰਦੇ ਹਾਂ ਅੰਜਾਈਨਾ ਆਫ ਐਫਰਟ। ਜੀ ਇਹ ਸਟੈਪ ਹੈ ਫਸਟ। ਜਦੋਂ ਅੰਜਾਈਨਾ ਆਫ ਐਫਰਟ ਹੁੰਦਾ ਹੈ, ਜੇ ਅਸੀਂ ਉਸ ਵੇਲੇ ਵੀ ਆਪਣੀ ਬਿਮਾਰੀ ਨੂੰ ਅੰਡਰਸਟੈਂਡ ਕਰ ਲਈਏ, ਉਹਦਾ ਐਨਾਲਿਸਿਸ ਕਰਵਾ ਲਈਏ, ਟੈਸਟ ਕਰਵਾ ਲਈਏ, ਤੇ ਅਸੀਂ ਹਾਰਟ ਅਟੈਕ ਤੋਂ ਬਚ ਸਕਦੇ ਹਾਂ। ਜੀ ਉਹ ਹੌਲੀ ਹੌਲੀ ਜਿੰਨਾ ਡਿਸਟੈਂਸ ਪਹਿਲਾਂ ਟਰੈਵਲ ਕਰਦਾ ਹੈ ਤੇ ਉਹਦੇ ਬਾਅਦ ਡਿਸਕੰਫਰਟ ਹੁੰਦਾ, ਉਹ ਡਿਸਟੈਂਸ ਘਟਦਾ ਜਾਂਦਾ, ਉਹ ਅੰਜਾਈਨਾ ਵੱਧਦਾ ਜਾਂਦਾ ਹੈ, ਅੰਜਾਈਨਾ ਸਟੇਜ ਤੇ ਪਹੁੰਚ ਜਾਂਦਾ ਕਿ ਕਈ ਵਾਰੀ ਬੈਠੇ ਬੈਠੇ ਵੀ ਦਰਦ ਹੋਣ ਲੱਗ ਪੈਂਦੀ ਹੈ, ਲੇਟੇ ਲੇਟੇ ਵੀ ਦਰਦ ਹੋਣ ਲੱਗ ਪੈਂਦੀ ਹੈ, ਉਹ ਵੱਧ ਗਈ। ਹੁਣ ਇਸ ਤੋਂ ਬਾਅਦ ਤਾਂ ਫਿਰ ਹਾਰਟ ਅਟੈਕ ਹੀ ਹੋਣਾ ਹੈ। ਜਦੋਂ ਵੀ ਸਾਨੂੰ ਰੱਬ ਨੇ ਕਈ ਸਟੇਜਸ ਦੇ ਦਿੱਤੀਆਂ, ਵਿੱਚੋਂ ਸਾਨੂੰ ਸਾਹ ਚੜ੍ਹਨਾ ਸ਼ੁਰੂ ਹੋਇਆ, ਅਸੀਂ ਪਰਵਾਹ ਨਹੀਂ ਕੀਤੀ, ਸਾਨੂੰ ਛਾਤੀ 'ਚ ਡਿਸਕੰਫਰਟ ਹੋਇਆ, ਅਸੀਂ ਪਰਵਾਹ ਨਹੀਂ ਕੀਤੀ, ਸਾਨੂੰ ਤੁਰਨ ਲੱਗਿਆ ਛਾਤੀ 'ਚ ਘੁੱਟਣ ਦਰਦ ਹੋਈ, ਅਸੀਂ ਫਿਰ ਵੀ ਇਗਨੋਰ ਕਰ ਗਏ ਵੀ ਖੜੇ ਹੋ ਗਏ, ਠੀਕ ਹੋ ਗਈ ਤਾਂ ਬਹੁਤ ਵਧੀਆ, ਠੀਕ ਹੈ ਜੀ। ਤੇ ਜਦੋਂ ਫਿਰ ਅਖੀਰ ਤੇ ਅਟੈਕ ਹੁੰਦਾ ਤੇ ਫਿਰ ਅਸੀਂ ਦੌੜਦੇ ਆ ਕਿ ਹੁਣ ਸਾਡੀ ਜਾਨ ਬਚ ਜਾਵੇ, ਬਿਲਕੁਲ ਚਾਹੇ ਜਿੰਨੇ ਮਰਜ਼ੀ ਪੈਸੇ ਲੱਗ ਜਾਣ। ਜੀ ਡਾਕਟਰ ਸਾਹਿਬ, ਇਸੇ ਨਾਲ ਜੀ ਸਹੀ ਲੋਕਾਂ ਨੂੰ ਇੱਕ ਸਿਰਿਆ ਦਿੰਦੇ ਆ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਕਿ ਬਿਮਾਰੀ ਨੂੰ ਵਧਣ ਤੋਂ ਪਹਿਲਾਂ ਅਗਰ ਉਹਦੀ ਰੋਕਥਾਮ ਕਰਨੀ ਜਾਵੇ, ਉਹ ਇਲਾਜ ਨਾਲੋਂ ਬਹੁਤ ਚੰਗੀ ਹੁੰਦੀ ਹੈ, ਬਹੁਤ ਸਸਤੀ ਹੁੰਦੀ ਹੈ ਤੇ ਬੰਦਾ ਆਪਣੀ ਜਾਨ ਵੀ ਨਹੀਂ ਗਵਾਉਂਦਾ। ਜੀ ਮੰਨ ਲਓ ਡਾਕਟਰ ਸਾਹਿਬ ਕਿ ਜੀ ਮੰਨ ਲਓ ਕਿ ਨਹੀਂ ਇਸ ਚੀਜ਼ ਦਾ ਅਹਿਸਾਸ ਹੋਇਆ, ਕਾਰਡੀਅਕ ਅਰੈਸਟ ਹੋ ਜਾਂਦਾ ਹੈ, ਤਾਂ ਉੱਥੇ ਜਿਹੜਾ ਕੋਈ ਪਰਿਵਾਰਕ ਮੈਂਬਰ ਮੌਜੂਦ ਹੈ, ਕੋਈ ਹੋਰ ਸ਼ਖਸ ਮੌਜੂਦ ਹੈ, ਕੋਈ ਦੋਸਤ ਮੌਜੂਦ ਹੈ, ਉਹ ਮੌਕੇ ਦੇ ਉੱਤੇ ਕੀ ਕਰਨ? ਕਿ CPR ਦੇ ਜ਼ਰੀਏ ਉਸ ਸ਼ਖਸ ਨੂੰ ਬਚਾਇਆ ਜਾ ਸਕਦਾ ਹੈ? ਮੰਨ ਲਓ ਕਿ ਹਸਪੀਟਲ ਦੂਰ ਹੈ, ਕਿਹੜੀਆਂ ਚੀਜ਼ਾਂ ਹੋ ਸਕਦੀਆਂ ਨੇ ਉਸ ਵੇਲੇ ਬਚਾਅ ਦੇ ਲਈ? ਦੇਖੋ, ਜੇ ਤਾਂ ਪੇਸ਼ੈਂਟ ਦੀ ਬੰਦ ਹੋ ਗਈ ਤੇ ਪੇਸ਼ੈਂਟ ਡਿੱਗ ਪਿਆ ਤੇ ਉਹਦੇ ਬਾਅਦ ਤਾਂ ਇੱਕੋ ਚੀਜ਼ ਹੈ ਕਿ CPR ਕਰਨਾ। CPR ਕਰਨ ਵਾਸਤੇ ਪਹਿਲਾਂ ਤਾਂ ਗਰਦਨ ਨੂੰ ਸਿੱਧਾ ਕਰਨ ਦੀ ਲੋੜ ਹੁੰਦੀ ਕਿ ਤਾਂ ਕਿ ਜਿਹੜੇ 에ਅਰਵੇ ਨੇ ਉਹ ਸਿੱਧੇ ਹੋ ਜਾਣ ਤੇ ਥੋੜਾ ਬਹੁਤਾ ਸਾਹ ਜਿਹੜਾ ਆਕਸੀਜਨ ਅੰਦਰ ਜਾ ਸਕੇ, ਮਾਊਥ ਟੂ ਮਾਊਥ ਬਰੀਥਿੰਗ ਦੇਣੀ ਪੈਂਦੀ ਹੈ। ਤੇ ਨਾਲ ਦੀ ਨਾਲ ਜਿਹੜੀ ਛਾਤੀ ਦੇ ਉੱਪਰ ਦੋਨੋਂ ਹੱਥ ਰੱਖ ਕੇ ਦਿਲ ਦੀ ਧੜਕਨ ਜਿਸ ਤਰ੍ਹਾਂ ਚੱਲਦੀ ਹੈ ਉਸ ਏਰੀਏ ਦੇ ਵਿੱਚ ਸਾਨੂੰ ਪੰਪ ਕਰਨਾ ਪੈਂਦਾ ਹੈ ਤਾਂ ਕਿ ਹੋ ਸਕੇ ਤਾਂ ਖੂਨ ਦੀ ਸਪਲਾਈ ਚੱਲ ਜਾਵੇ ਤੇ ਹੋ ਸਕਦਾ ਤੇ ਰਿਵਾਈਵ ਹੋ ਜਾਵੇ। ਲੇਕਿਨ ਨਾਰਮਲੀ ਘਰਾਂ ਦੇ ਵਿੱਚ ਇਹ ਚੀਜ਼ਾਂ ਰਿਵਾਈਵ ਨਹੀਂ ਹੁੰਦੀਆਂ। ਬਹੁਤ ਲੱਕੀ ਬੰਦੇ ਹੁੰਦੇ ਨੇ, 1 ਜਾਂ 2% ਜਿਹੜੇ ਇਹ ਤੋਂ ਸਰਵਾਈਵ ਕਰ ਜਾਂਦੇ ਨੇ। ਆਮ ਆਪਾਂ ਫੋਰਨ ਕੰਟਰੀ ਜਾਈਏ ਤਾਂ ਦੇਖਣ ਚ ਆਇਆ ਕਿ ਉੱਥੇ ਬੱਸ ਸਟੈਂਡ ਦੇ ਉੱਤੇ, ਮਾਰਕੀਟ ਦੇ ਵਿੱਚ ਡੀਫਿਬ੍ਰਿਲੇਟਰ ਪਏ ਹੁੰਦੇ ਨੇ। ਉਹ ਡੀਫਿਬ੍ਰਿਲੇਟਰ ਉਹ ਚੀਜ਼ ਹੁੰਦੀ ਹੈ ਜਿਹੜੇ ਦਿਲ ਦੀ ਧੜਕਨ ਨੂੰ, ਸਪੋਜ਼ ਕਰੋ ਕਾਰਡਿਕ ਅਰੈਸਟ ਹੋਇਆ, ਅਰੈਸਟ ਦਾ ਮਤਲਬ ਇਹ ਨਹੀਂ ਕਿ ਧੜਕਨ ਬੰਦ ਹੋ ਗਈ, ਹੋ ਸਕਦਾ ਉਸ ਵੇਲੇ ਦਿਲ ਕੰਬਦਾ ਹੀ ਪਿਆ ਹੋਵੇ। ਜੇ ਕੰਬਦੇ ਹੋਏ ਦਿਲ ਦੇ ਉੱਤੇ ਅਸੀਂ ਡੀਫਿਬ੍ਰਿਲੇਸ਼ਨ ਦੇ ਨਾਲ ਇੱਕ ਸ਼ੌਕ ਵੇਵ ਦੇ ਦਿੰਦੇ ਹਾਂ ਉਹਨਾਂ ਨੂੰ ਤੇ ਕਈ ਵਾਰੀ ਧੜਕਨ ਬਿਲਕੁਲ ਨਾਰਮਲ ਰਿਵਾਈਵ ਹੋ ਜਾਂਦੀ ਤੇ ਪੇਸ਼ੈਂਟ ਬਚ ਜਾਂਦਾ ਹੈ। ਜੀ ਸੋ ਇਹ CPR ਦੀ ਇੱਕ ਐਕਟੀਵਿਟੀ ਜਿਹੜੀ ਚੰਗੀ ਤਰ੍ਹਾਂ ਬੰਦੇ ਨੂੰ ਘਰ ਪਰਿਵਾਰ ਦੇ ਵਿੱਚ ਸਿੱਖਣੀ ਚਾਹੀਦੀ ਹਰ ਬੰਦੇ ਨੂੰ। ਅਸੀਂ ਕਈ ਵਾਰੀ ਇਹਦੀ ਡੈਮੋਨਸਟ੍ਰੇਸ਼ਨ ਕਰਦੇ ਹਾਂ, ਕਈ ਜਗ੍ਹਾ ਦੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਜਾ ਕੇ ਦੱਸਦੇ ਆ ਕਿ ਸਾਨੂੰ ਸਾਰਿਆਂ ਨੂੰ ਇਹ ਐਕਟੀਵਿਟੀ ਆਉਣੀ ਚਾਹੀਦੀ ਹੈ।
ਤਾਂ ਕਿ ਕੁਛ ਨਾ ਕੁਛ ਵਿਧੀ ਸਾਨੂੰ ਹੋਵੇ ਤਾਂ ਅਸੀਂ ਪੇਸ਼ੈਂਟ ਨੂੰ ਘਰ ਵਿੱਚ ਜਾਨ ਬਚਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਜੀ, ਸਰਵਾਈਵਲ ਰੇਟ ਕਿੰਨਾ ਕੁ ਹੈ ਡਾਕਟਰ ਸਾਹਿਬ ਐਸੇ ਕੇਸਿਸ ਦੇ ਵਿੱਚ? ਜੇ ਕਿਸੇ ਅੱਛੇ ਇੰਸਟੀਚਿਊਟ ਵਿੱਚ ਪਹੁੰਚ ਜਾਵੇ ਬੰਦਾ ਅਲਾਈਵ ਜਾਂ CPR ਹੁੰਦਾ ਕਿਸੇ ਅੱਛੀ ਐਂਬੂਲੈਂਸ ਪਹੁੰਚ ਜਾਵੇ ਤਾਂ 5% ਤੋਂ ਲੈ ਕੇ 10% ਲੋਕ ਸਰਵਾਈਵ ਕਰ ਜਾਂਦੇ ਨੇ। ਲੇਕਿਨ ਜੇ ਉਹ ਨਾ ਪਹੁੰਚ ਸਕੇ ਤਾਂ ਫਿਰ ਸਰਵਾਈਵਲ ਰੇਟ 1-2% ਹੀ ਹੁੰਦਾ। ਜੀ ਜੀ, ਤੇ ਕਿੰਨਾ ਕੁ ਰਿਸਕ ਫੈਕਟਰ ਹੁੰਦਾ ਹੈ? ਜਿਵੇਂ ਤੁਸੀਂ ਦੱਸਿਆ ਕਿ ਜਦੋਂ ਕਾਰਡੀਅਕ ਅਰੈਸਟ ਹੁੰਦਾ ਹੈ ਬਹੁਤ ਸਾਰੇ ਲੋਕ ਧਿਆਨ ਨਹੀਂ ਦਿੰਦੇ, ਮੰਨ ਲਓ ਕਿ ਉਸ ਤੋਂ ਬਾਅਦ ਉਹ ਬਚ ਗਏ ਨੇ, ਤਾਂ ਉਸ ਤੋਂ ਬਾਅਦ ਕਿਸ ਤਰੀਕੇ ਦੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ? ਨਹੀਂ, ਫਿਰ ਤਾਂ ਉਹਨੂੰ ਪੂਰਾ ਐਨਾਲਿਸਿਸ ਕਰਵਾਉਣਾ ਚਾਹੀਦਾ, ਇਨਵੈਸਟੀਗੇਸ਼ਨ ਕਰਵਾਉਣੀ ਚਾਹੀਦੀ ਹੈ ਕਿ ਮੇਰੇ ਹਾਰਟ 'ਚ ਨੁਕਸ ਕੀ ਸੀ, ਕੀ ਕਾਰਨ ਹੋਇਆ। ਉਹਦੀ ਕਲਰ ਡਾਪਲਰ ਇਕੋਕਾਰਡੀਓਗ੍ਰਾਫੀ ਹੋਏਗੀ ਤਾਂ ਕਿ ਪਤਾ ਲੱਗੇ ਮਾਸਪੇਸ਼ੀਆਂ ਕੰਮ ਕਰਦੀਆਂ ਨੇ, ਕਿੰਨੀਆਂ ਕਰਦੀਆਂ ਨੇ, ਕਿੰਨਾ ਪੰਪ ਕਰ ਰਹੀਆਂ ਨੇ, ਕਿੰਨੀਆਂ ਨਹੀਂ ਕਰ ਰਹੀਆਂ। ਕੋਰੋਨਰੀ ਐਂਜੀਓਗ੍ਰਾਫੀ ਹੋਏਗੀ, ਪਤਾ ਲੱਗੇਗਾ ਜਿਹੜੀਆਂ ਦਿਲ ਦੀਆਂ 3 ਮੇਨ ਖੂਨ ਦੀਆਂ ਨਾੜੀਆਂ ਜਿਹੜੀਆਂ ਦਿਲ ਦੀਆਂ ਮਾਸਪੇਸ਼ੀਆਂ ਨੂੰ ਖੂਨ ਸਪਲਾਈ ਕਰ ਰਹੀਆਂ ਨੇ, ਉਹਨਾਂ ਦੇ ਵਿੱਚ ਬਲੌਕੇਜ ਕਿੰਨਾ ਹੈ ਤੇ ਉਹਨਾਂ ਨੂੰ ਖੋਲਣ ਦਾ ਉਪਰਾਲਾ ਕਰਨਾ ਚਾਹੀਦਾ, ਚਾਹੇ ਉਹਦੇ ਵਿੱਚ ਸਟੈਂਟ ਪਾਉਣ ਦੀ ਲੋੜ ਹੋਵੇ, ਚਾਹੇ ਬਾਈਪਾਸ ਕਰਨ ਦੀ ਲੋੜ ਹੋਵੇ ਜਾਂ ਦਵਾਈ ਨਾਲ ਠੀਕ ਕਰਨ ਦੀ ਲੋੜ ਹੋਵੇ। ਕਿਉਂਕਿ ਜੇ 100 ਬੰਦੇ ਦੀ ਐਂਜੀਓਗ੍ਰਾਫੀ ਕੀਤੀ ਜਾਵੇ ਤੇ ਜ਼ਰੂਰੀ ਨਹੀਂ ਕਿ 100 ਦੇ ਵਿੱਚ ਬਾਈਪਾਸ ਜਾਂ ਸਟੈਂਟ ਪਾਇਆ ਜਾਊਗਾ। 30-40 ਲੋਕਾਂ ਦੇ ਵਿੱਚ ਬਾਈਪਾਸ ਕਰਨਾ ਪੈਂਦਾ, 40 ਲੋਕਾਂ ਦੇ ਵਿੱਚ ਸਟੈਂਟ ਪਾਉਣਾ ਪੈਂਦਾ, ਬਾਕੀ ਦਵਾਈ ਨਾਲ ਵੀ ਠੀਕ ਹੋ ਜਾਂਦੇ ਨੇ। ਡਿਪੈਂਡ ਕਰਦਾ ਬਲੌਕੇਜ ਕਿੰਨੇ % ਹੈਗਾ। ਹੁਣ ਅਸੀਂ ਇੱਥੇ ਮੈਂ ਸਵਾਲ ਆਪ ਹੀ ਚੁੱਕਣਾ ਚਾਹੁੰਦਾ ਵਾਂ ਕਿ ਤੁਸੀਂ ਸਵਾਲ ਸ਼ੁਰੂ ਕੀਤਾ ਕਾਰਡਿਕ ਅਰੈਸਟ ਦਾ, ਤੇ ਅਸੀਂ ਆ ਗਏ ਸਿੱਧੇ ਹਾਰਟ ਅਟੈਕ ਤੇ। ਕਾਰਡਿਕ ਅਰੈਸਟ ਦੇ ਕਾਰਨ ਹੋਰ ਵੀ ਬਹੁਤ ਹੈਗੇ ਨੇ ਜਿਹੜੇ ਹਾਰਟ ਅਟੈਕ ਤੋਂ ਇਲਾਵਾ। ਬੰਦੇ ਦਾ ਹਾਰਟ ਨਾਰਮਲ ਹੁੰਦਾ ਹੈ, ਨਾੜੀਆਂ ਬਿਲਕੁਲ ਨਾਰਮਲ ਹੁੰਦੀਆਂ, ਤਾਂ ਵੀ ਉਹਨੂੰ ਕਾਰਡਿਕ ਅਰੈਸਟ ਹੁੰਦਾ ਹੈ। ਉਹ ਕਾਰਨ ਜਿਹੜੇ ਨੇ ਸਾਡੀ ਅੱਜ ਜਿਹੜੀ ਰੋਜ਼ਮਰਾ ਜ਼ਿੰਦਗੀ ਦੇ ਨਾਲ ਜੁੜੇ ਹੋਏ ਨੇ। ਅੱਜ ਦੇ ਵਿੱਚ ਦੇਖਣ ਚਾਹੁੰਦਾ ਕਿ ਲੋਕ ਜਿਮ ਬਹੁਤ ਜਾਂਦੇ ਨੇ। ਤੁਸੀਂ ਕਈ ਡੈਥ ਯੰਗ ਪਰਸਨ ਜਿਮ ਗਏ, ਐਕਸਰਸਾਈਜ਼ ਕੀਤੀ, ਹੀ ਡਾਈਡ। ਜਦੋਂ ਜਿਮ ਜਾਂਦਾ ਹੈ, ਜਿਮ ਦੇ ਵਿੱਚ ਜਾ ਕੇ ਉਹ ਹੈਵੀ ਵੇਟ ਚੱਕਦਾ ਹੈ। ਹੈਵੀ ਵੇਟ ਚੱਕਣ ਦੇ ਨਾਲ ਜਿਵੇਂ ਉਹਦੇ ਬਾਡੀ ਦੇ ਮਸਲਸ ਡਿਵੈਲਪ ਹੁੰਦੇ ਨੇ, ਇਸੇ ਤਰ੍ਹਾਂ ਹਾਰਟ ਦੇ ਮਸਲ ਵੀ ਮੋਟੇ ਹੋ ਜਾਂਦੇ ਨੇ, ਥਿਕ ਹੋ ਜਾਂਦੇ ਨੇ। ਜਦੋਂ ਹਾਰਟ ਦੇ ਮਸਲ ਥਿਕ ਹੁੰਦੇ ਨੇ ਤੇ ਉਹਦੇ ਵਿੱਚ ਇਲੈਕਟ੍ਰੀਕਲ ਡਿਸਟਰਬੈਂਸ ਆਉਂਦੀਆਂ ਨੇ। ਹੁਣ ਇੱਥੇ ਇਲੈਕਟ੍ਰੀਕਲ ਡਿਸਟਰਬੈਂਸ ਕੀ ਇੰਪੋਰਟੈਂਸ ਮੈਂ ਦੱਸਣਾ ਚਾਹੁੰਦਾ ਵਾਂ ਕਿ ਜਿਹੜੀ ਦਿਲ ਦੀ ਧੜਕਣ ਸਾਡੀ ਚੱਲਦੀ ਹੈ, ਉਹਦੇ ਵਿੱਚ ਸਾਡੇ ਕੋਲ ਰੱਬ ਨੇ ਹਾਰਟ ਦੇ ਅੰਦਰ ਇੱਕ ਪੇਸਮੇਕਰ ਫਿੱਟ ਕੀਤਾ ਹੈ ਜਿਹੜਾ 24 ਘੰਟੇ ਧੜਕਣ ਚਲਾਉਂਦਾ ਹੈ। ਉਹ ਪੇਸਮੇਕਰ ਇੱਕ ਕੰਡਕਸ਼ਨ ਸਿਸਟਮ ਆ, ਥੱਲੇ ਧੜਕਣ ਭੇਜਦਾ ਤੇ ਜਦੋਂ ਵੈਂਟਰੀਕਲ ਪਹੁੰਚਦਾ ਤਾਂ 2 ਤਰ੍ਹਾਂ ਦੀਆਂ ਤਾਰਾਂ ਹੁੰਦੀਆਂ ਨੇ, ਲੈਫਟ ਬੰਡਲ ਬੰਡਲ ਐਂਡ ਰਾਈਟ ਬੰਡਲ, ਜਿਨ੍ਹਾਂ ਦੇ ਥਰੂ ਕਰੰਟ ਪਾਸ ਕਰਕੇ ਦਿਲ ਜਿਹੜਾ ਸਾਡਾ ਪੰਪ ਬਸ ਉਹ ਹੋਏਗੀ। ਜਦੋਂ ਇਹਨਾਂ ਦੇ ਵਿੱਚ ਕੋਈ ਪ੍ਰੋਬਲਮ ਕ੍ਰੀਏਟ ਹੋਏਗੀ, ਜੇ ਹਾਰਟ ਦੇ ਮਸਲ ਥਿਕ ਹੋ ਗਏ ਤੇ ਇਹਨਾਂ 'ਚ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ। ਤੇ ਜਦੋਂ ਉਹ ਇਲੈਕਟ੍ਰੀਕਲ ਡਿਸਟਰਬੈਂਸ ਹੋਏਗੀ ਤੇ ਪੇਸ਼ੈਂਟ ਨੂੰ ਵੈਂਟਰੀਕੂਲਰ ਟੈਕੀਕਾਰਡੀਆ ਹੋ ਸਕਦਾ ਹੈ। ਵੈਂਟਰੀਕੂਲਰ ਟੈਕੀਕਾਰਡੀਆ ਹੋ ਗਿਆ ਤੇ ਜੇ ਸਮੇਂ ਸਿਰ ਉਹਨੂੰ ਵਾਪਸ ਨਹੀਂ ਆਪਾਂ ਲੈ ਸਕੇ, ਰਿਵਰਟ ਨਹੀਂ ਕਰ ਸਕੇ, ਤਾਂ ਵੀ ਕਾਰਡਿਕ ਅਰੈਸਟ ਦਾ ਰਿਜ਼ਲਟ ਬਣੇਗਾ। ਇਸ ਤੋਂ ਇਲਾਵਾ ਕੁਝ ਪੇਸ਼ੈਂਟਸ ਜਿਨ੍ਹਾਂ ਦੇ ਵਿੱਚ ਜਮਾਂਦਰੂ ਹੀ ਕੁਝ ਡਿਜ਼ੀਜ਼ ਹੁੰਦੀ ਹੈ, ਜਿਸ ਤਰ੍ਹਾਂ ਇੱਕ ECG ਕਰੀਏ ਤਾਂ ਉਹਦੇ 'ਚ ਇੱਕ ਸੈਗਮੈਂਟ ਹੁੰਦਾ ਜਿਹਨੂੰ ਅਸੀਂ ਕਿਊਟੀ ਸੈਗਮੈਂਟ ਕਹਿੰਦੇ ਆ। ਅਗਰ ਉਹ ਕਿਊਟੀ ਸੈਗਮੈਂਟ ਦੀ ਪ੍ਰੋਲੋਂਗੇਸ਼ਨ ਹੋਵੇ ਤਾਂ ਇਹਨਾਂ ਪੇਸ਼ੈਂਟ ਦੇ ਵਿੱਚ ਵੀ ਇਲੈਕਟ੍ਰੀਕਲ ਡਿਸਟਰਬੈਂਸ ਆਉਂਦੀਆਂ ਨੇ ਤੇ ਉਹ ਡਿਸਟਰਬੈਂਸ ਜਿਹੜੀ ਹੈ ਵੈਂਟਰੀਕੂਲਰ ਟੈਕੀਕਾਰਡੀਆ, ਵੈਂਟਰੀਕੂਲਰ ਫਿਬ੍ਰਿਲੇਸ਼ਨ ਕਰਕੇ ਪੇਸ਼ੈਂਟ ਨੂੰ ਕਾਰਡਿਕ ਅਰੈਸਟ ਕਰ ਸਕਦੀ ਹੈ। ਅਗਰ ਆਪਾਂ ਹੋਰ ਬਹੁਤ ਸਾਰੇ ਕਾਰਨ ਡਿਸਕਸ ਕਰੀਏ, ਜਦੋਂ ਜਿਮ ਦੇ ਵਿੱਚ ਲੋਕ ਉਹ ਸਟਿਮੂਲੈਂਟ ਯੂਜ਼ ਕਰਦੇ ਨੇ, ਕੈਫੀਨ ਯੂਜ਼ ਕਰਦੇ ਨੇ, ਪ੍ਰੋਟੀਨ ਯੂਜ਼ ਕਰਦੇ ਨੇ, ਇਹ ਸਾਰੀਆਂ ਚੀਜ਼ਾਂ ਹੀ ਇਲੈਕਟ੍ਰੀਕਲ ਡਿਸਟਰਬੈਂਸ ਆਫ ਦਾ ਹਾਰਟ ਨੂੰ ਪਰੇਸ਼ਾਨ ਕਰਦੀਆਂ ਨੇ ਤੇ ਸਾਡੇ ਵਾਸਤੇ ਕਾਰਡਿਕ ਅਰੈਸਟ ਦਾ ਕਾਰਨ ਬਣ ਸਕਦੀਆਂ ਨੇ। ਜੀ ਅਗਰ ਆਪਾਂ ਸਾਰੇ ਬਹੁਤ ਵੱਡਾ ਜੀ ਬਿਲਕੁਲ, ਤਾਂ ਬਹੁਤ ਵੱਡਾ ਇੱਕ ਅਸੀਂ ਕਹਾਂਗੇ ਕਿ ਲਾਈਫ ਸਟਾਈਲ ਚੇਂਜ ਕਰਨ ਦੀ ਜ਼ਰੂਰਤ ਹੈ, ਜੋ ਅਸੀਂ ਪਹਿਲਾਂ ਵੀ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰ ਰਹੇ ਸੀ। ਸਾਡੇ ਕੋਲ ਮਾਡਰਨਾਈਜ਼ੇਸ਼ਨ ਆਫ ਜਿਹੜੀ ਲਾਈਫ ਸਟਾਈਲ ਹੈ ਉਹਨੇ ਕਈ ਬਿਮਾਰੀਆਂ ਵਧਾਤੀਆਂ। ਪਿਛਲੇ 3 ਦਹਾਕਿਆਂ ਤੋਂ ਦਿਲ ਦੀਆਂ ਬਿਮਾਰੀਆਂ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਆਇਆ ਕਿ ਕਦੀ ਕੋਈ ਐਸਾ ਦਿਨ ਨਹੀਂ ਹੋਇਆ ਜਿਹਦੇ ਵਿੱਚ 25, 30, 35 ਸਾਲ ਦਾ ਬੰਦਾ ਹਾਰਟ ਅਟੈਕ ਨਾਲ ਹਸਪੀਟਲ ਭਰਤੀ ਨਹੀਂ ਹੁੰਦਾ। ਤੇ ਅਸੀਂ ਨਹੀਂ, ਬਾਕੀ ਹਸਪਤਾਲ ਵੀ, ਬਾਕੀ ਡਾਕਟਰ ਵੀ ਦੇਖਦੇ ਹੋਣਗੇ ਕਿ ਇਦਾਂ ਦੇ ਜਿਹੜੇ ਚਾਂਸਸ ਨੇ ਉਹ ਪਰਸੈਂਟੇਜ ਬਹੁਤ ਵੱਧਦੀ ਜਾ ਰਹੀ ਹੈ। ਬਿਲਕੁਲ, ਇਹ ਚਿੰਤਾ ਦਾ ਵਿਸ਼ਾ ਵੀ ਹੈ ਜੀ। ਸਾਡੀ ਓਬੈਸਿਟੀ ਹੁੰਦੀ ਹੈ, ਡਾਇਬੀਟੀਜ਼ ਹੁੰਦੀ ਹੈ, weight ਵੱਧ ਜਾਂਦਾ ਹੈ, ਉਹਦੇ ਨਾਲ ਵੀ ਸਾਨੂੰ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ, ਉਹਦੇ ਨਾਲ ਵੀ ਦਿਲ ਦੀਆਂ ਬਿਮਾਰੀਆਂ ਹੋਣ ਦੇ ਚਾਂਸਸ, ਸ਼ੂਗਰ ਹੋਏਗੀ ਤੇ ਦਿਲ ਦੀ ਬਿਮਾਰੀ ਹੋਣ ਦੇ ਚਾਂਸਸ ਵੱਧ ਜਾਣਗੇ। ਜੰਕ ਫੂਡ ਖਾ ਕੇ ਅਸੀਂ ਬਲੱਡ ਪ੍ਰੈਸ਼ਰ ਕਰ ਲਾਂਗੇ, ਉਹਦੇ ਨਾਲ ਵੀ ਦਿਲ ਦੀ ਬਿਮਾਰੀ ਹੋਣ ਦੇ ਚਾਂਸਸ ਵੱਧ ਜਾਣਗੇ। ਹਾਂ, ਇੱਕ ਜਿਹੜੀ ਅਸੀਂ ਰੁਕਾਵਟ ਨਹੀਂ ਕਰ ਸਕਦੇ, ਕਈ ਲੋਕਾਂ ਨੂੰ ਦਿਲ ਦੀ ਬਿਮਾਰੀ ਪੁਸ਼ਤੈਨੀ ਤੌਰ ਤੇ ਮਿਲਦੀ ਹੈ। ਪੁਸ਼ਤੈਨੀ ਮੀਨ ਜੈਨੇਟਿਕਲੀ, ਕਿ ਮਾਂ ਬਾਪ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ ਬਿਮਾਰੀ ਸੀਗੀ, ਸਾਨੂੰ ਅੱਗੋਂ ਬਿਮਾਰੀ ਟ੍ਰਾਂਸਫਰ ਹੋ ਗਈ, ਸਾਨੂੰ ਜੀਨਸ ਦੇ ਵਿੱਚ ਮਿਲ ਗਈ, ਉਹ ਤਾਂ ਸਾਡੇ ਵਾਸਤੇ ਨਹੀਂ ਹੈ। ਲੇਕਿਨ ਅਗਰ ਉਹ ਚਾਂਸਸ ਹੈਗੇ ਨੇ ਕਿ ਸਾਡੇ ਪੇਰੈਂਟਸ ਦੇ ਵਿੱਚ ਜਾਂ ਗ੍ਰੈਂਡ ਪੇਰੈਂਟਸ 'ਚ ਬਿਮਾਰੀ ਹੈ, ਤੇ ਸਾਨੂੰ ਹੋਰ ਵੀ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਆਪਣੀ ਬਾਕੀ ਫੈਕਟਰ ਜਿੱਦਾਂ ਹੈਲਦੀ ਫੂਡ ਖਾਈਏ, ਐਕਸਰਸਾਈਜ਼ ਕਰੀਏ, ਸੈਰ ਕਰੀਏ, ਉਹਨਾਂ ਖਾਈਏ ਜਿੰਨਾ ਸਰੀਰ ਨੂੰ ਲੋੜ ਹੈ। ਇਹ ਨਹੀਂ ਕਿ ਆਪਣਾ weight ਹੀ ਵਧਾਈ ਜਾਈਏ। ਅਗਰ ਸ਼ੂਗਰ ਹੈ, ਲਾਈਫ ਸਟਾਈਲ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ।
ਜੀ ਸਾਡੇ ਕੋਲ ਸਮਾਂ ਥੋੜਾ ਡਾਕਟਰ ਸਾਹਿਬ ਘੱਟ ਹੈ ਤਾਂ ਬਹੁਤ ਬਹੁਤ ਸ਼ੁਕਰੀਆ ਸੁਝਾਅ ਦੇਣ ਦੇ ਲਈ। ਮੇਨ ਜਿਹੜੀ ਗੱਲ ਨਿਕਲ ਕੇ ਆ ਰਹੀ ਹੈ ਕਿ ਲਾਈਫ ਸਟਾਈਲ ਬਦਲਣ ਦੀ ਜ਼ਰੂਰਤ ਹੈ, ਖਾਸ ਕਰਕੇ ਯੰਗਰ ਜਨਰੇਸ਼ਨ ਨੂੰ। ਜਿਵੇਂ ਡਾਕਟਰ ਸਾਹਿਬ ਵੀ ਗੱਲ ਕਰ ਰਹੇ ਸੀ, ਉਸ ਤੋਂ ਪਹਿਲਾਂ ਡਾਕਟਰ ਹਰਮਨਦੀਪ ਜੁੜੇ ਸੀ, ਉਹ ਵੀ ਇਸੇ ਗੱਲ ਤੇ ਜ਼ੋਰ ਦੇ ਰਹੇ ਸੀ ਕਿ ਲਾਈਫ ਸਟਾਈਲ ਚੇਂਜ ਕਰਨ ਦੀ ਜ਼ਰੂਰਤ ਹੈ। ਜਿਸ ਤਰੀਕੇ ਦੇ ਅਸੀਂ ਕੰਮ ਦੇ ਵਿੱਚ ਹਾਂ, ਉਸ ਦੇ ਵਿੱਚ ਕੀ ਚੀਜ਼ਾਂ ਹੋ ਸਕਦੀਆਂ ਨੇ, ਉਸ ਨੂੰ ਲੈ ਕੇ ਵੀ ਉਹਨਾਂ ਨੇ ਸੁਝਾਅ ਦਿੱਤੇ ਨੇ। ਤਾਂ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਡਾਕਟਰਸ ਡੇ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ।